ਅਸੀਂ ਵੀ ਸਨੀ ਦਿਓਲ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਨੀ ਦਿਓਲ ਸਾਹਿਬ ਤੁਹਾਨੂੰ ਮੋਦੀ ਨੇ ਪੰਜਾਬ ਦੇ ਵਿੱਚ ਇਸ ਲਈ ਗੁਰਦਾਸਪੁਰ ਦੇ ਵਿੱਚ ਇਸ ਲਈ ਉਤਾਰਿਆ ਸੀ ਕਿ ਤੁਸੀਂ ਪੰਜਾਬ ਦੇ ਪੁੱਤ ਨੂੰ, ਪੰਜਾਬ 'ਚੋਂ ਤੁਹਾਨੂੰ ਵੋਟਾਂ ਮਿਲ ਜਾਣਗੀਆਂ, ਤੁਸੀਂ ਜਿੱਤ ਜਾਓਗੇ। ਵੋਟਾਂ ਵੀ ਮਿਲੀਆਂ, ਤੁਸੀਂ ਜਿੱਤ ਵੀ ਗਏ। ਪਰ ਹੁਣ ਜਦੋਂ ਪੰਜਾਬੀਆਂ ਨਾਲ ਖੜਨ ਦੀ ਵਾਰੀ ਆਈ ਤਾਂ ਤੁਸੀਂ ਮੋਦੀ ਦੇ ਹੱਕ ਦੇ ਵਿੱਚ ਖੜ ਕੇ ਜਿਹੜਾ ਤੁਹਾਡਾ 2.5 ਕਿਲੋ ਦਾ ਹੱਥ ਆ ਉਹ ਪੰਜਾਬ ਦੀ ਕਿਸਾਨਾਂ ਦੇ ਹੱਕ ਤੇ ਵੱਜਣ ਦੇ ਨਾਲ ਨਾਲ ਉਹਨਾਂ ਦੀਆਂ ਉਮੀਦਾਂ ਤੋਂ ਵੀ ਵੱਜਿਆ। ਉਹ ਕਦੋਂ ਪੰਜਾਬ 'ਚ ਜੰਮਿਆ ਪਲਿਆ, ਕਦੋਂ ਪੰਜਾਬ 'ਚ ਰਿਹਾ। ਜਿਹੜੇ ਬਾਪ ਹੈਗੇ ਆ ਧਰਮਿੰਦਰ, ਉਹਨਾਂ ਦੇ ਵੱਲੋਂ ਵੀ ਦਗਾ ਕਮਾ ਦਿੱਤਾ ਗਿਆ ਸੀ। ਦੂਜਾ ਵਿਆਹ ਕਰਾਉਣ ਦੀ ਖਾਤਰ ਧਰਮ ਉਹਨਾਂ ਨੇ ਵੀ ਛੱਡਤਾ ਸੀ ਆਪਣਾ। ਸਨੀ ਦਿਓਲ ਆਪਣੇ ਆਪ ਨੂੰ ਕਿਸ ਕੈਪੈਸਿਟੀ 'ਚ ਪੰਜਾਬ ਦਾ ਪੁੱਤਰ ਕਹਿੰਦਾ, ਜਾਂ ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਕਹਿੰਦੇ ਨੇ? ਉਹ ਕਿਧਰੋਂ ਕਿਸਾਨ ਨੇ? ਕੈਬਨਿਟ ਦਾ ਅਸਤੀਫਾ ਇੱਕ ਡਰਾਮਾ ਹੈ। ਇਹ ਅਸਤੀਫਾ ਜਦੋਂ ਆਰਡੀਨੈਂਸ ਜਾਰੀ ਕੀਤੇ ਗਏ ਸੀ, ਜੇ ਸ਼ਾਇਦ ਹਰਸਿਮਰਤ ਕੌਰ ਉਦੋਂ ਦੇ ਦਿੰਦੀ ਤੇ ਇਹਦਾ ਕੋਈ ਫਾਇਦਾ ਸ਼ਾਇਦ ਹੋ ਜਾਂਦਾ। ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਕੋਲ ਪਹੁੰਚ ਕੀਤੀ ਹੈ। ਉਹਨਾਂ ਨੇ ਇੱਕ ਪੱਤਰ ਲਿਖ ਕੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਬਿੱਲ ਹੁਣ ਰਾਜ ਸਭਾ ਤੋਂ ਪਾਸ ਹੋ ਕੇ ਗਿਆ ਉਹਦੇ ਉੱਪਰ ਤੁਸੀਂ ਸਾਈਨ ਨਾ ਕਰੋ। ਬਹੁਤੀਆਂ ਗੱਲਾਂ ਉਹ ਹਾਸੋਹੀਣੀਆਂ ਕਰਦੇ ਆ, ਤਾਂ ਇਹ ਵੀ ਇੱਕ ਹਾਸੋਹੀਣੀ ਗੱਲ ਜੀ ਹੋਈ ਹੈ। ਉਹਨਾਂ ਦੀ ਪਤਨੀ ਨੇ ਆਪਣੇ ਮੰਤਰੀ ਪਦ ਤੋਂ ਅਸਤੀਫਾ ਦਿੱਤਾ, ਲੇਕਿਨ ਉਹ ਗਠਬੰਧਨ ਦੇ ਵਿੱਚ ਸ਼ਾਮਿਲ ਨੇ। ਸਾਨੂੰ ਕੋਈ ਨੇਤਾ ਨਜ਼ਰ ਨਹੀਂ ਆਉਂਦਾ। ਜਿਹੜੇ ਨੇਤਾ ਉੱਭਰੇ ਸੀ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਬਾਰੇ ਕੁਝ ਕਹਿਣਾ ਵੀ ਜਿਹੜਾ ਹੈ ਉਹ ਵਿਅਰਥ ਹੈ। ਸਾਰੀ ਦੁਨੀਆ ਜਾਣਦੀ ਹੈ ਉਹ ਕਿਸ ਤਰ੍ਹਾਂ ਦੇ ਲੀਡਰ ਸੀ। ਯਾਨੀ ਇਹ ਹਾਈ ਹੈਂਡਡਨੈਸ ਹੈ, ਜਾਂ ਪੰਜਾਬੀ 'ਚ ਇਹਨੂੰ ਕਹਾਂਗੇ ਇੱਕ ਕਿਸਮ ਦੀ ਗੁੰਡਾਗਰਦੀ ਹੈ। ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਥ ਟੀਵੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ JNU ਦੇ ਸਟੂਡੈਂਟ ਰਹੇ ਪ੍ਰੋਫੈਸਰ PS ਭੋਗਲ ਸਾਹਿਬ, ਜੋ ਕਿ ਰਾਜਨੀਤਿਕ ਵਿਸ਼ਲੇਸ਼ਕ ਦੇ ਤੌਰ ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਜੋ ਭਾਰਤ ਅਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਨਾ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ। ਥੈਂਕ ਯੂ ਸੁਖਵਿੰਦਰ, ਔਰ ਲੋਕਨਾਥ ਦੇ ਦਰਸ਼ਕਾਂ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਰਾਜਨੀਤਿਕ ਵਿਸ਼ਲੇਸ਼ਕ ਤੌਰ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤਾਂ ਰਾਜਨੀਤੀ ਦੀ ਹੀ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ। ਜਿਸ ਤਰੀਕੇ ਦੇ ਨਾਲ ਖੇਤੀ ਆਰਡੀਨੈਂਸ ਦੇ ਬਿੱਲ ਪਾਸ ਕੀਤੇ ਗਏ ਨੇ, ਪਹਿਲਾਂ ਲੋਕ ਸਭਾ ਤੇ ਉਸ ਤੋਂ ਬਾਅਦ ਕਿਸਾਨਾਂ ਤੇ ਵੱਖ-ਵੱਖ ਵਿਰੋਧੀ ਦਲਾਂ ਦੇ ਹੰਗਾਮਿਆਂ ਤੋਂ ਬਾਅਦ ਵੀ ਜਿਹੜਾ ਹੈਗਾ ਪਾਸ ਕੀਤਾ ਗਿਆ, ਤੇ ਰਾਜ ਸਭਾ ਦੇ ਵਿੱਚ ਵੀ ਉਹਦੇ ਵਿੱਚ ਜੋ ਹੰਗਾਮਾ ਹੋਇਆ ਅਸੀਂ ਤੇ ਤੁਸੀਂ ਸਭ ਨੇ ਦੇਖਿਆ, ਉਸ ਨੂੰ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ? ਬੜਾ ਹੀ ਮੰਦਭਾਗਾ ਦਿਨ ਮੈਂ ਉਸ ਨੂੰ ਗਿਣੂੰਗਾ ਭਾਰਤ ਦੇ ਲੋਕਤੰਤਰ ਦੇ ਪੱਖ ਤੋਂ। ਸਾਡੀ ਜੋ ਖੇਤੀ ਨਾਲ ਸੰਬੰਧਿਤ ਉਹ ਬਿੱਲ ਹੈ, ਉਹਦੀ ਤਾਂ ਕੰਟਰੋਵਰਸੀ ਆਪਣੇ ਥਾਂ। ਅੱਜ ਤੱਕ ਵੀ ਸੰਸਦ ਦੇ ਵਿੱਚ ਪਹਿਲਾਂ ਵੀ ਕਈ ਵਾਰ ਹੰਗਾਮੇ ਹੋਏ ਨੇ, ਲੇਕਿਨ ਇਸ ਤਰੀਕੇ ਦੀ ਕਾਰਵਾਈ ਰੂਲਿੰਗ ਪਾਰਟੀ ਵੱਲੋਂ ਇਸ ਤਰੀਕੇ ਨਾਲ ਗਿਣੀ ਮਿੱਥੀ ਜਿਹੜੀ ਹੈ ਉਹ ਸਾਰੀ ਕਾਰਵਾਈ ਮੇਰੇ ਯਾਦ ਦੇ ਵਿੱਚ ਨਹੀਂ ਕਿ ਪਿਛਲੇ 72 ਸਾਲਾਂ ਦੇ ਵਿੱਚ ਇਤਿਹਾਸ ਦੇ ਵਿੱਚ ਕਿਤੇ ਆਈ ਹੋਵੇ। ਇੰਨਾ ਮਹੱਤਵਪੂਰਨ ਬਿੱਲ ਮੈਂ ਜਦੋਂ ਬਤੌਰ ਇੱਕ ਪੋਲੀਟੀਕਲ ਐਨਾਲਿਸਟ ਦੇ ਜਾਂ ਇੱਕ ਸਟੂਡੈਂਟ ਦੇ ਉੱਤੇ ਦੇਖਦਾ ਕਿ ਐਡਾ ਮਹੱਤਵਪੂਰਨ ਬਿੱਲ ਰਿਹਾ ਹੋਵੇ, ਤੇ ਰਾਜ ਸਭਾ ਦੇ ਚੇਅਰਮੈਨ ਉਹ ਖੁਦ ਜਿਹੜੇ ਹੈ ਉਸ ਵੇਲੇ ਮੌਜੂਦ ਨਾ ਹੋਣ, ਔਰ ਉਸ ਕਾਰਵਾਈ ਨੂੰ ਡਿਪਟੀ ਚੇਅਰਪਰਸਨ ਜਿਹੜੇ ਹੈ ਉਹ ਚਲਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਉਸ 'ਤੇ ਹੀ ਇੱਕ ਬੜਾ, ਹਾਲਾਂਕਿ ਕਈ ਵਾਰ ਹੁੰਦਾ ਕਿ ਡਿਪਟੀ ਚੇਅਰਪਰਸਨ ਜਿਹੜੇ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹ ਆਥੋਰਾਈਜ਼ ਹੈਗੇ ਨੇ, ਇਹ ਨਹੀਂ ਕਿ ਉਹ ਕੋਈ ਗੈਰ ਕਾਨੂੰਨੀ ਕੰਮ ਸੀ, ਲੇਕਿਨ ਬਿੱਲ ਦੇ ਮਹੱਤਵ ਨੂੰ ਦੇਖਦੇ ਹੋਏ, ਜੋ ਉਸ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ, ਜੋ ਉਸ ਦੇ ਨਾਲ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈ ਉਹ ਇੱਕ ਹੰਗਾਮਾ ਹੋ ਰਿਹਾ, ਮੈਂ ਮਹਿਸੂਸ ਕਰਦਾ ਕਿ ਚੇਅਰਮੈਨ ਵੈਂਕਈਆ ਨਾਇਡੂ ਜੀ ਜੋ ਸਾਡੇ ਉਪ ਰਾਸ਼ਟਰਪਤੀ ਨੇ, ਉਹਨਾਂ ਨੂੰ ਖੁਦ ਉਸ ਸੀਟ 'ਤੇ ਮੌਜੂਦ ਹੋਣਾ ਚਾਹੀਦਾ ਸੀ। ਫਿਰ ਇਹ ਹੋਇਆ ਕਿ ਬਿੱਲ ਇੰਟਰੋਡਿਊਸ ਕੀਤਾ ਗਿਆ, ਔਰ ਉਸ ਤੋਂ ਬਾਅਦ ਅਸੀਂ ਜਾਣਦੇ ਹਾਂ, ਸਾਰੇ ਭਾਰਤ ਵਾਸੀ ਜਾਣਦੇ ਨੇ ਕਿ ਰਾਜ ਸਭਾ ਦੇ ਵਿੱਚ NDA ਨੂੰ ਬਹੁਮਤ ਹਾਸਿਲ ਨਹੀਂ ਹੈ। ਉੱਥੇ ਆਪੋਜੀਸ਼ਨ ਦੇ ਜਿਹੜੇ ਮੈਂਬਰ ਪਾਰਲੀਮੈਂਟ ਜ਼ਿਆਦਾ ਨੇ, ਉਹਨਾਂ ਨੇ ਡਿਵੀਜ਼ਨ ਦੀ ਮੰਗ ਕੀਤੀ। ਡਿਵੀਜ਼ਨ ਦਾ ਮਤਲਬ ਹੁੰਦਾ ਹੈ ਕਿ ਇੱਥੇ ਪ੍ਰੋਫੈਸਰ ਤੁਹਾਨੂੰ ਰੋਕਣਾ ਚਾਹੂੰਗਾ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ, ਕਈ ਲੋਕਾਂ ਨੂੰ NDA ਦਾ ਨਹੀਂ ਪਤਾ, ਤਾਂ ਉਹ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ BJP ਦੀ ਅਗਵਾਈ ਵਿੱਚ ਜੁੜੇ ਹੋਏ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਇਸ ਵੇਲੇ ਸੱਤਾ ਤੇ ਕਾਬਜ਼ ਨੇ ਭਾਰਤ ਦੀ, ਉਹਨਾਂ ਨੂੰ ਅਸੀਂ NDA ਕਹਿੰਦੇ ਹਾਂ। ਮੈਂ ਕਹਿ ਰਿਹਾ ਸੀ ਕਿ ਡਿਵੀਜ਼ਨ ਦੀ ਮੰਗ ਕੀਤੀ ਗਈ, ਯਾਨੀ ਇਹ ਫੈਸਲਾ ਮੈਂਬਰ ਪਾਰਲੀਮੈਂਟ ਇਹ ਚਾਹੁੰਦੇ ਸੀ ਆਪੋਜੀਸ਼ਨ ਦੇ ਕਿ ਇਸ ਬਿੱਲ ਦਾ ਫੈਸਲਾ, ਉਸ ਦਾ ਪਾਸ ਕਰਨ ਦਾ ਫੈਸਲਾ ਵੋਟਾਂ ਪਵਾ ਕੇ ਕੀਤਾ ਜਾਵੇ, ਸੀਕ੍ਰੇਟ ਵੋਟਿੰਗ ਜੋ ਕਿ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ ਹੁੰਦੀ ਹੈ। ਲੇਕਿਨ ਬੜੀ ਅਫਸੋਸ ਮੈਨੂੰ ਹੁੰਦਾ ਔਰ ਬੜੀ ਹੈਰਾਨੀ ਹੋਈ ਕਿ ਉਪ ਸਭਾਪਤੀ ਜਿਹੜੇ ਉਸ ਵੇਲੇ ਬਿਰਾਜਮਾਨ ਸੀ,
ਉਹਨਾਂ ਨੇ ਇਸ ਚੀਜ਼ ਨੂੰ ਅੱਖੋਂ ਪਰੋਖੇ ਕਰਕੇ ਵੌਇਸ ਵੋਟ ਯਾਨੀ ਧਵਨੀ ਮਤ ਦੇ ਨਾਲ ਉਸ ਬਿੱਲ ਨੂੰ ਪਾਸ ਕਰਵਾ ਦਿੱਤਾ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਪਹਿਲਾਂ ਤੋਂ ਤਿਆਰ ਹੋ ਕੇ ਆਈ ਸੀ, ਸਰਕਾਰੀ ਧਿਰ, ਕਿ ਰਾਜ ਸਭਾ ਦੇ ਵਿੱਚ ਸਾਡੀ ਮੈਜੋਰਟੀ ਤਾਂ ਹੈ ਨਹੀਂ, ਤੇ ਜੇ ਅਸੀਂ ਵੋਟਾਂ ਪਾਈਆਂ ਤੇ ਬਿੱਲ ਤਾਂ ਪਾਸ ਨਹੀਂ ਹੋਣਾ। ਤੇ ਫਿਰ ਇਸ ਦਾ ਤਰੀਕਾ ਇਹੀ ਹੈ ਕਿ ਸਾਫ਼ ਤੌਰ ਤੇ ਵੀ ਕਿਸੇ ਵੀ ਤਰੀਕੇ ਦੇ ਨਾਲ ਬਿੱਲ ਪਾਸ ਕਰਾ ਲਿਆ ਜਾਵੇ, ਤਰੀਕੇ ਨਾਲ ਕੀਤਾ ਜਾ, ਯਾਨੀ ਇਹ ਹਾਈ ਹੈਂਡਡਨੈਸ ਹੈ, ਜਾਂ ਪੰਜਾਬੀ ਚ ਇਹਨੂੰ ਕਵਾਂਗੇ ਇੱਕ ਕਿਸਮ ਦੀ ਗੁੰਡਾਗਰਦੀ ਹੈ। ਔਰ ਮੇਰਾ ਖਿਆਲ ਹੈ ਜੇ ਵੈਂਕਈਆ ਨਾਇਡੂ ਖੁਦ ਚੇਅਰ ਤੇ ਹੁੰਦੇ, ਉਹਨਾਂ ਦਾ ਰੈਪੂਟੇਸ਼ਨ ਮੇਰੀ ਨਜ਼ਰ ਦੇ ਵਿੱਚ ਕਾਫੀ ਅੱਛਾ ਹੈ। ਵੈਸੇ ਵੀ ਉਹ ਬੜੇ ਜਿਹੜੇ ਹੈ ਜੈਂਟਲ ਕਿਸਮ ਦੇ ਨੇ, ਸ਼ਾਇਦ ਉਹ ਇਹ ਮਹਿਸੂਸ ਕੀਤਾ ਗਿਆ ਕਿ ਉਹਨਾਂ ਤੋਂ ਮੈਨੇਜ ਨਹੀਂ ਹੋਣਾ ਔਰ ਜਾਣਬੁੱਝ ਕੇ ਉਹਨਾਂ ਨੂੰ ਜਿਹੜਾ ਹੈ ਉਸ ਤੋਂ ਪਰੇ ਕੀਤਾ ਗਿਆ। ਮੈਂ ਇਹ ਗੱਲ ਸੋਚਣ ਤੇ ਮਜਬੂਰ ਹੋ ਰਿਹਾ ਹਾਂ। ਫਿਰ ਜਦੋਂ ਰੌਲਾ ਰੱਪਾ ਪਿਆ ਰਾਜ ਸਭਾ ਦੇ ਵਿੱਚ, ਮੈਂਬਰਾਂ ਨੇ ਆ ਕੇ ਬਿੱਲ ਦੀਆਂ ਕਾਪੀਆਂ ਪਾੜੀਆਂ ਔਰ ਸਪੀਕਰ ਦੇ ਸਾਹਮਣੇ ਇਕੱਠੇ ਹੋ ਗਏ, ਮਾਈਕਰੋਫੋਨਸ ਨੂੰ ਹੱਥ ਪਾਏ, ਤਾਂ ਉਸ ਵੇਲੇ ਰਾਜ ਸਭਾ ਟੀਵੀ ਜਿਹੜਾ ਕਿ ਅੰਦਰੋਂ ਲਾਈਵ ਜਿਹੜੀ ਟੈਲੀਕਾਸਟ ਕਰਦਾ ਪ੍ਰੋਸੀਡਿੰਗਸ ਦੀ, ਉਸ ਨੂੰ ਬੰਦ ਕੀਤਾ ਗਿਆ ਤਾਂ ਕਿ ਬਾਹਰ ਲੋਕਾਂ ਨੂੰ ਪਤਾ ਨਾ ਲੱਗੇ। ਲੇਕਿਨ ਸੰਸਦ ਦੇ ਵਿੱਚ ਮੈਂਬਰਸ ਕੋਲ ਸਾਰਿਆਂ ਕੋਲ ਬੜੇ ਸੋਫਿਸਟੀਕੇਟਡ ਮੋਬਾਈਲ ਫੋਨ ਹੁੰਦੇ ਨੇ, ਉਹਨਾਂ ਨੇ ਰਿਕਾਰਡ ਕੀਤਾ ਔਰ ਅੱਜ ਉਹ ਸਾਡੇ ਬਾਹਰ ਅਵੇਲੇਬਲ ਹੈ ਕਿ ਅੰਦਰ ਕੀ ਹੋਇਆ, ਕਿਸ ਤਰ੍ਹਾਂ ਜਿਹੜਾ ਵਾਚ ਐਂਡ ਵਾਰਡ ਸਟਾਫ ਹੈ, ਮਾਰਸ਼ਲਸ ਨੂੰ ਲਗਾਇਆ ਗਿਆ। ਯਾਨੀ ਕਿਸੇ ਕਿਸਮ ਦੀ ਵੀ ਕੋਈ ਦੋ ਰਾਏ ਨਹੀਂ ਰਹਿ ਜਾਂਦੀ ਕਿ ਬਿਲਕੁਲ ਤਿਆਰੀ ਨਾਲ ਇਹ ਕੀਤਾ ਗਿਆ। ਔਰ ਇਹ ਭਾਰਤ ਦੇ ਲੋਕਤੰਤਰ ਵਿੱਚ ਸਭ ਤੋਂ ਕਾਲਾ ਦਿਨ ਗਿਣਿਆ ਜਾਏਗਾ। ਸਾਡੇ ਲੋਕਤੰਤਰੀ ਇਤਿਹਾਸ ਦੇ ਵਿੱਚ, ਸਾਡੇ ਸੰਸਦ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਘਟਨਾ ਨਹੀਂ ਹੋਈ। ਮੈਂ ਇਹ ਨਹੀਂ ਕਹਿੰਦਾ ਕਿ ਪਹਿਲੇ ਜਿਹੜੇ ਸੱਤਾਧਾਰੀ ਦਲ ਸੀਗੇ ਉਹਨਾਂ ਨੇ ਕੁਝ ਇਸ ਤਰ੍ਹਾਂ ਨਹੀਂ ਕੀਤਾ। ਅਸਲ 'ਚ ਤਾਂ ਬਹੁਤ ਕੁਝ ਉੱਥੋਂ ਸ਼ੁਰੂ ਹੋਇਆ, ਇਹੋ ਜਿਹੀਆਂ ਜਿਹੜੀਆਂ ਪਰੰਪਰਾਵਾਂ ਤੋੜੀਆਂ ਗਈਆਂ, ਉਸੇ ਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਪਰ ਦਿਸ ਮਚ ਲੋ ਵਾਸ ਨੈਵਰ ਵਿਟਨੈਸਡ ਅਰਲੀਅਰ। ਇਸ ਹੱਦ ਤੱਕ ਜਿਹੜਾ ਕੰਮ ਨਹੀਂ ਸੀ ਖਰਾਬ ਹੋਇਆ, ਮੇਰਾ ਇਹ ਕਹਿਣਾ। ਸੱਤਾਧਾਰੀ ਧਿਰ ਦੀ ਇਸ ਧੱਕੇਸ਼ਾਹੀ ਨੂੰ ਲੈ ਕੇ ਤੁਸੀਂ ਵਿਰੋਧੀ ਧਿਰਾਂ ਜਿਹੜੀ ਹੈਗੀਆਂ ਉਹਨਾਂ ਦਾ ਰੋਲ ਕਿਹੋ ਜਿਹਾ ਮੰਨਦੇ ਆ? ਕਿਉਂਕਿ ਜੇਕਰ ਵਿਰੋਧੀ ਧਿਰ ਕਮਜ਼ੋਰ ਹੈ ਤਾਂ ਹੀ ਅਸੀਂ ਕਿਸੇ ਨਾਲ ਬਿਲਕੁਲ ਆਪਾਂ ਦੇਖਦੇ ਹਾਂ ਕਿ ਧੱਕਾ ਹੋ ਸਕਦਾ ਹੈ। ਖਾਸ ਤੌਰ ਤੇ ਵਿਰੋਧੀ ਧਿਰਾਂ ਦੇ ਤੁਸੀਂ ਜਿਹੜੇ ਦਲ ਜਿਹੜੇ ਹੈਗੇ ਆ, ਖਾਸ ਤੌਰ ਤੇ ਜੇਕਰ ਗੱਲਬਾਤ ਕਰ ਲਈਏ, ਵੈਸੇ ਤਾਂ ਜਿਹੜਾ ਗੱਠਜੋੜ ਦੇ ਵਿੱਚ ਨੇ ਜਿਹੜੇ ਅਕਾਲੀ ਦਲ, ਉਹਨਾਂ ਨੇ ਵੀ ਅਸਤੀਫਾ ਦਿੱਤਾ ਗਿਆ, ਹੋਰ ਵੀ ਵਿਰੋਧੀ ਦਲ ਨੇ, ਉਹਨਾਂ ਦਾ ਰੋਲ ਕਿਹੋ ਜਿਹਾ ਰਿਹਾ ਤੁਹਾਡੀ ਨਜ਼ਰ ਦੇ ਵਿੱਚ? ਦੁਖਾਂਤਾ ਇਹੀ ਹੈ ਕਿ ਸਾਡੇ ਜਿਹੜੇ ਵਿਰੋਧੀ ਦਲ ਨੇ, ਚਾਹੇ ਉਹ ਆਲ ਇੰਡੀਆ ਲੈਵਲ ਤੇ ਨੇ, ਚਾਹੇ ਉਹ ਪੰਜਾਬ ਸਟੇਟ ਦੇ ਵਿੱਚ ਨੇ, ਉਹਨਾਂ ਦਾ ਰੋਲ ਜਿਹੜਾ ਹੈ ਉਹ ਜੋ ਐਕਸਪੈਕਟਡ ਹੋਣਾ ਚਾਹੀਦਾ ਇੱਕ ਲੋਕਤੰਤਰ ਦੇ ਵਿੱਚ ਇੱਕ ਵਿਰੋਧੀ ਦਲ ਦਾ ਜੋ ਚੰਗਾ ਰੋਲ ਹੋਣਾ ਚਾਹੀਦਾ, ਉਹ ਨਹੀਂ ਰਿਹਾ। ਲੀਡਰਸ਼ਿਪ ਕ੍ਰਾਈਸਿਸ ਤਕਰੀਬਨ ਹਰ ਇੱਕ ਪਾਰਟੀ ਦੇ ਵਿੱਚ ਹੈ। ਸੰਸਦ ਦੇ ਵਿੱਚ ਹੀ ਵਾਪਸ ਚਲੀਏ, ਰਾਜ ਸਭਾ ਦੇ ਵਿੱਚ, ਉੱਥੇ ਬਹੁਤ ਕੁਝ ਕੀਤਾ ਜਾ ਸਕਦਾ ਸੀ। ਵਿਰੋਧੀ ਧਿਰਾਂ ਜੇ ਮਹਿਸੂਸ ਕਰਦੀਆਂ ਸੀ ਕਿ ਉਹਨਾਂ ਨਾਲ ਧੱਕਾ ਹੋਇਆ, ਸਪੀਕਰ ਨੇ ਜਿਹੜਾ ਹੈ ਉਹ ਡਿਪਟੀ ਸਪੀਕਰ ਨੇ ਧੱਕਾ ਕੀਤਾ, ਤੇ ਉਸੇ ਵੇਲੇ ਉਹ ਇਕੱਠੇ ਹੋ ਕੇ ਆਪਣੀ ਜਿਹੜੀ ਹੈ ਸਿਗਨੇਚਰ ਕੈਂਪੇਨ ਕਰ ਸਕਦੇ ਸੀ। ਰਾਸ਼ਟਰਪਤੀ ਨੂੰ ਦੱਸਿਆ ਜਾ ਸਕਦਾ ਸੀ, ਦੇਸ਼ ਨੂੰ ਦੱਸਿਆ ਜਾ ਸਕਦਾ ਸੀ ਕਿ ਦੇਖੋ ਇੰਨੇ ਮੈਂਬਰ ਪਾਰਲੀਮੈਂਟ ਹੈਗੇ ਨੇ ਟੋਟਲ ਰਾਜ ਸਭਾ ਦੇ, ਔਰ ਉਹਦੇ ਵਿੱਚੋਂ ਇੰਨੇ ਲੋਕ ਜਿਹੜੇ ਨੇ ਸਾਡੇ ਸਿਗਨੇਟਰੀਜ਼ ਨੇ, ਸਾਡੇ ਨਾਲ ਹੈ, ਇਹ ਬਿੱਲ ਜਿਹੜਾ ਹੈ ਗੈਰ ਕਾਨੂੰਨੀ ਤਰੀਕੇ ਨਾਲ ਪਾਸ ਹੋਇਆ। ਅੱਜ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਸ ਦੇ ਵਿੱਚ ਕਿੰਨੇ ਮੈਂਬਰ ਜਿਹੜੇ ਹੈ, ਰੌਲੀ ਸਾਰੇ ਪਾਉਂਦੇ ਨੇ, ਆਪੋਜੀਸ਼ਨ ਪਾਰਟੀਆਂ ਕਹਿੰਦੇ ਆ ਕਿ ਅਸੀਂ ਉਸ ਨੂੰ ਵਿਰੋਧ ਕਰਦੀਆਂ, ਲੇਕਿਨ ਉਹ ਵਿਰੋਧ ਕਰਨ ਦਾ ਤਰੀਕਾ ਉਹਨਾਂ ਦਾ ਮੈਨੂੰ ਨਹੀਂ ਸਮਝ ਆ ਰਿਹਾ। 8 ਮੈਂਬਰ ਕੱਲ ਰਾਜ ਸਭਾ ਦੇ ਸਭਾਪਤੀ ਨੇ ਉਹਨਾਂ ਨੂੰ ਸਸਪੈਂਡ ਕੀਤਾ, ਰਾਤ ਭਰ ਉਹ ਧਰਨੇ ਤੇ ਬੈਠੇ ਰਹੇ। ਇਹ ਸਾਰੇ ਵਿਰੋਧੀ ਧਿਰਾਂ ਦੇ ਜਿਹੜੇ ਮੈਂਬਰ ਸੀਗੇ, ਬਾਕੀ ਮੈਂਬਰ ਜਿਹੜੇ ਸੀਗੇ, ਉਹਨਾਂ ਨੂੰ ਉਹਨਾਂ ਦੇ ਨਾਲ ਬੈਠਣਾ ਚਾਹੀਦਾ ਸੀਗਾ, ਸ਼ੋਅ ਆਫ ਸਟਰੈਂਥ ਕਰਨਾ ਚਾਹੀਦਾ ਸੀ, ਕਿਉਂਕਿ ਇੱਕ ਤਰੀਕਾ ਹੈ ਕਿ ਤੁਸੀਂ ਜੇ ਨੰਬਰ ਤੁਹਾਡੇ ਕੋਲ ਜ਼ਿਆਦਾ ਹੈ, ਤੁਸੀਂ ਇਹ ਪ੍ਰੂਵ ਕਰਨਾ ਚਾਹੁੰਦੇ ਹੋ ਕਿ ਉੱਥੇ ਧੱਕਾ ਹੋਇਆ ਜਦ ਕਿ ਮੈਜੋਰਟੀ ਸਰਕਾਰ ਨਾਲ ਨਹੀਂ ਸੀ, ਤਾਂ ਸਾਰੇ ਮੈਂਬਰ ਜਿਹੜੇ ਹੈ ਉਹ ਰਾਸ਼ਟਰਪਤੀ ਭਵਨ ਚਲੇ ਜਾਂਦੇ, ਕਿੰਨੀ ਦੂਰ ਹੈ ਸੰਸਦ ਤੋਂ, ਉੱਥੇ ਇਕੱਠੇ ਹੋ ਜਾਂਦੇ, ਪ੍ਰੈਸ ਬੁਲਾਤੀ ਜਾਂਦੀ ਔਰ ਉੱਥੇ ਇਹ ਪ੍ਰੂਵ ਕੀਤਾ ਜਾਂਦਾ ਕਿ ਦੇਖੋ ਜੀ ਰਾਸ਼ਟਰਪਤੀ ਸਾਹਿਬ ਇੰਨੇ ਮੈਂਬਰ ਸਾਡੇ ਨਾਲ ਹੈ, ਤੁਸੀਂ ਆਪ ਹਿਸਾਬ ਲਾ ਲਓ ਕਿ ਸੰਸਦ ਦੇ ਵਿੱਚ ਕਿੰਨੇ ਮੈਂਬਰ ਸੀ ਤੇ ਇਹ ਬਿੱਲ ਪਾਸ ਹੋਣਾ ਚਾਹੀਦਾ ਜਾਂ ਨਹੀਂ ਹੋਣਾ। ਇੱਕ ਬਹੁਤ ਬੜਾ ਮੋਰਲ ਕ੍ਰਾਈਸਿਸ ਪੈਦਾ ਹੋ ਜਾਣਾ ਚਾਹੀਦਾ ਸੀ। ਲੇਕਿਨ ਮੈਨੂੰ ਨਹੀਂ ਸਮਝ ਆਉਂਦੀ ਕਿ ਆਪੋਜੀਸ਼ਨ ਵਾਲੇ ਜਿਹੜੇ ਹੈ ਉਹ ਇਸ ਤਰ੍ਹਾਂ ਇਕੱਠੇ ਕਿਉਂ ਨਹੀਂ ਹੋ ਸਕਦੇ। ਬੜੇ ਸਾਡੇ ਕੋਲ ਐਗਜ਼ਾਮਪਲਸ ਨੇ। 1983 ਦੇ ਵਿੱਚ ਉਸ ਵੇਲੇ ਦੀ ਤਤਕਾਲੀਨ ਪ੍ਰਧਾਨ ਮੰਤਰੀ ਸੀ ਸ਼੍ਰੀਮਤੀ ਗਾਂਧੀ, ਉਹਨਾਂ ਨੇ ਜਿਹੜੇ ਹੈ ਚੰਦਰ ਬਾਬੂ ਨਾਇਡੂ, ਉਹਨਾਂ ਦੇ ਜਿਹੜੇ ਫਾਦਰ ਇਨ ਲਾ ਸੀਗੇ, NTR ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਦੀ ਮੁੱਖ ਮੰਤਰੀ ਦੀ ਜਿਹੜੀ ਹੈ ਸਰਕਾਰ ਤੋੜ ਦਿੱਤੀ। ਉਹ ਅਮਰੀਕਾ ਗਏ ਹੋਏ ਸੀ ਇਲਾਜ ਵਾਸਤੇ। ਉਹ ਜਦੋਂ ਵਾਪਸ ਆਏ, ਉਹਨਾਂ ਨੇ ਆਪਣੇ ਸਾਰੇ ਮੈਂਬਰ ਜਿਹੜੇ ਸੀ MLA ਉਹ ਇਕੱਠੇ ਕੀਤੇ। ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਸਨ, ਰਾਸ਼ਟਰਪਤੀ ਭਵਨ ਦੇ ਅਹਾਤੇ ਦੇ ਵਿੱਚ ਲਿਆ ਕੇ ਉਹਨਾਂ ਨੂੰ ਖੜਾ ਕਰ ਦਿੱਤਾ ਔਰ ਕਿਹਾ ਕਿ ਗਿਆਨੀ ਜੀ ਗਿਣ ਲਓ ਇਹਨਾਂ ਨੂੰ ਰਾਸ਼ਟਰਪਤੀ ਸਾਹਿਬ। ਪ੍ਰੈਸ ਉੱਥੇ ਬੁਲਾਈ ਔਰ ਗਿਆਨੀ ਜ਼ੈਲ ਸਿੰਘ ਨੂੰ ਵੀ ਮਜਬੂਰਨ ਕਹਿਣਾ ਪਿਆ ਕਿ ਜੋ ਉੱਥੇ ਗਵਰਨਰ ਰਾਮ ਲਾਲ ਨੇ ਕੀਤਾ ਉਹ ਗਲਤ ਕੀਤਾ। ਤੇ ਇਹ ਕੰਮ ਜਿਹੜੇ ਹੈ ਸਾਡੇ ਆਪੋਜੀਸ਼ਨ ਵਾਲੇ ਇਸ ਵੇਲੇ ਵੀ ਕਰ ਸਕਦੇ ਸੀ। ਰਾਜ ਸਭਾ ਦੇ ਮੈਂਬਰ ਜਿਹੜੇ ਸੀ ਇਕੱਠੇ ਹੋ ਕੇ ਰਾਸ਼ਟਰਪਤੀ ਭਵਨ ਜਾ ਸਕਦੇ ਸੀ, ਆਪਣੇ ਨੰਬਰਸ ਨੂੰ ਉੱਥੇ ਸ਼ੋਅ ਕਰਕੇ ਰਾਸ਼ਟਰਪਤੀ ਤੇ ਇੱਕ ਮੋਰਲ ਪ੍ਰੈਸ਼ਰ ਬਣਾ ਸਕਦੇ ਸੀ ਕਿ ਰਾਜ ਸਭਾ ਜੋ ਹੋ ਰਿਹਾ ਉਹ ਗਲਤ ਹੋ ਰਿਹਾ। ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਕੋਲ ਪਹੁੰਚ ਕੀਤੀ ਹੈ। ਉਹਨਾਂ ਨੇ ਇੱਕ ਪੱਤਰ ਲਿਖ ਕੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ
ਜੇ ਕਿ ਜਿਹੜਾ ਬਿੱਲ ਹੁਣ ਰਾਜ ਸਭਾ ਤੋਂ ਪਾਸ ਹੋ ਕੇ ਗਿਆ ਹੈ, ਉਹਦੇ ਉੱਪਰ ਤੁਸੀਂ ਸਾਈਨ ਨਾ ਕਰੋ, ਕੀ ਇਹਦੇ ਨਾਲ ਕੁਝ ਹੋ ਸਕਦਾ ਹੈ ਜਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਖਾਨਾ ਪੂਰਤੀ ਕੀਤੀ ਗਈ ਹੈ? ਦੇਖੋ, ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਹੈ, ਸੁਖਬੀਰ ਸਿੰਘ ਬਾਦਲ ਦੀ ਗੱਲ ਹੈ, ਬਹੁਤੀਆਂ ਗੱਲਾਂ ਉਹ ਹਾਸੋਹੀਣੀਆਂ ਕਰਦੇ ਹੈ, ਤਾਂ ਇਹ ਵੀ ਇੱਕ ਹਾਸੋਹੀਣੀ ਗੱਲ ਜੀ ਹੋਈ ਹੈ। ਉਹਨਾਂ ਦੀ ਪਤਨੀ ਨੇ ਆਪਣੇ ਮੰਤਰੀ ਪਦ ਤੋਂ ਇਸਤੀਫਾ ਦਿੱਤਾ, ਲੇਕਿਨ ਉਹ ਗਠਬੰਧਨ ਦੇ ਵਿੱਚ ਸ਼ਾਮਿਲ ਨੇ। ਯਾਨੀ ਅਜੀਬ ਕਿਸਮ ਦਾ ਜਿਹੜਾ ਲੋਕਾਂ ਨੂੰ ਭੁਲੇਖੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਇਸ ਮਸਲੇ ਨੂੰ ਲੈ ਕੇ ਤੁਸੀਂ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ, ਤਾਂ ਗਠਜੋੜ ਦੇ ਵਿੱਚ ਤੁਸੀਂ ਹੈਗੇ ਹੋ, ਲੜਾਈ ਲੜਨ ਦੀ ਤੁਸੀਂ ਗੱਲ ਕਰ ਰਹੇ ਹੋ, ਅਗਲੇ ਨਾਲ ਦੋਸਤੀ ਪਾ ਕੇ ਲੜਾਈ ਤੁਸੀਂ ਕਿਸ ਤਰੀਕੇ ਨਾਲ ਲੜ ਸਕਦੇ? ਤੌਰ ਤੇ ਹੀ ਇਹ ਗੱਲ ਗਲਤ ਹੈ। ਦੂਸਰੀ ਗੱਲ ਰਹੀ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਚਿੱਠੀ ਲਿਖੀ ਹੈ ਰਾਸ਼ਟਰਪਤੀ ਨੂੰ, ਦੇਖੋ, ਸੰਵਿਧਾਨਕ ਤੌਰ ਤੇ ਸਾਡੇ ਰਾਸ਼ਟਰਪਤੀ ਕੋਲ ਇੱਕ ਅਧਿਕਾਰ ਹੈ ਕਿ ਉਹ ਬਿੱਲ ਨੂੰ ਰੀਕਨਸੀਡਰੇਸ਼ਨ ਵਾਸਤੇ ਵਾਪਸ ਇੱਕ ਵਾਰੀ ਭੇਜ ਸਕਦੇ ਹੈ ਔਰ ਆਪਣਾ ਸਪੈਸ਼ਲ ਮੈਸੇਜ ਵੀ ਭੇਜ ਸਕਦੇ ਹੈ। ਜੇ ਰਾਸ਼ਟਰਪਤੀ ਮਹਿਸੂਸ ਕਰਦੇ ਹੈ ਕਿ ਇਸ ਬਿੱਲ ਦੇ ਵਿੱਚ ਕੁਝ ਚੀਜ਼ਾਂ ਤਰਮੀਮ ਹੋਣੀ ਚਾਹੀਦੀ ਹੈ, ਤਾਂ ਉਹ ਆਪਣਾ ਸਪੈਸ਼ਲ ਮੈਸੇਜ ਜਿਹੜਾ ਹੈ ਸਪੀਕਰ ਦੇ ਥਰੂ, ਉਪ ਸਭਾਪਤੀ ਦੇ ਥਰੂ ਰਾਜ ਸਭਾ ਨੂੰ ਭੇਜ ਸਕਦੇ, ਇਹ ਉਹਨਾਂ ਦੀ ਪਾਵਰ ਹੈ। ਫਿਰ ਵੀ ਅਗਰ ਰਾਸ਼ਟਰਪਤੀ ਚਾਹੁਣ ਤਾਂ ਸਾਡੇ ਦੇਸ਼ ਦੇ ਵਿੱਚ ਇੱਕ ਹੋਰ ਪ੍ਰਥਾ ਜਿਹੜੀ ਹੈ ਬਣੀ ਸੀ, ਅਗੇਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੀ ਉਸ ਵੇਲੇ, ਪੋਸਟਲ ਅਮੈਂਡਮੈਂਟ ਬਿੱਲ ਪਾਸ ਹੋਇਆ 1986 'ਚ, ਸਰਕਾਰ ਰਾਜੀਵ ਗਾਂਧੀ ਸੀ, ਭਾਰੀ ਬਹੁਮਤ ਸੀ, ਦੋਨਾਂ ਸਦਨਾਂ ਦੇ ਵਿੱਚ ਬਿੱਲ ਪਾਸ ਹੋ ਗਿਆ, ਲੇਕਿਨ ਉਸ ਬਿੱਲ ਦਾ ਬਹੁਤ ਵਿਰੋਧ ਹੋਇਆ। ਸਾਰੇ ਦੇਸ਼ ਦੇ ਵਿੱਚ ਨਾਗਰਿਕ ਸਮਾਜ ਨੇ, ਸਿਵਲ ਸੁਸਾਇਟੀ ਨੇ ਵਿਰੋਧ ਕੀਤਾ ਕਿ ਸਾਡੀ ਜਿਹੜੀ ਪ੍ਰਾਈਵੇਸੀ ਹੈ, ਸਾਡੀ ਜਿਹੜੀ ਮਤਲਬ ਰਾਈਟ ਟੂ ਲਿਬਰਟੀ ਆਫ ਸਪੀਚ ਹੈ, ਸਾਰਾ ਉਹਦਾ ਹਨਨ ਹੁੰਦਾ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਉਸ 'ਤੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤੀ। ਯਾਨੀ ਭਾਰਤ ਦੇ ਰਾਸ਼ਟਰਪਤੀ ਕੋਲ ਸੰਵਿਧਾਨਕ ਤੌਰ ਤੇ ਪਾਕਟ ਵੀਟੋ ਦਾ ਅਧਿਕਾਰ ਨਹੀਂ, ਲੇਕਿਨ ਗਿਆਨੀ ਜ਼ੈਲ ਸਿੰਘ ਹੁਣਾਂ ਦੇ ਉਸ ਟਾਈਮ ਦੇ ਉੱਤੇ ਖੁਦ ਬ ਖੁਦ ਪਾਕਟ ਵੀਟੋ ਆ ਗਈ ਕਿ ਉਹਨਾਂ ਨੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ। ਔਰ ਫਿਰ 1990 ਜਦੋਂ ਵਿਸ਼ਵਨਾਥ ਪ੍ਰਤਾਪ ਸਿੰਘ ਪ੍ਰਾਈਮ ਮਿਨਿਸਟਰ ਬਣੇ ਤਾਂ ਉਹ ਬਿੱਲ ਜਿਹੜਾ ਹੈ ਵਿਡਰਾਅ ਕੀਤਾ ਗਿਆ, ਉਹ ਕਾਨੂੰਨ ਬਣ ਹੀ ਨਹੀਂ ਸਕਿਆ, ਭਾਵੇਂ ਦੋਨਾਂ ਸਦਨਾਂ ਨੇ ਪਾਸ ਕੀਤਾ ਸੀ। ਪਰ ਹੁਣ ਦੀ ਜੋ ਸਥਿਤੀ ਹੈ, ਮੈਂ ਨਹੀਂ ਸਮਝਦਾ ਕਿ ਹੁਣ ਦੇ ਜਿਹੜੇ ਰਾਸ਼ਟਰਪਤੀ ਹੈ ਰਾਮਨਾਥ ਕੋਵਿੰਦ, ਉਹ ਇੰਨੀ ਜੁਰਤ ਦਿਖਾ ਸਕਦੇ ਆ ਕਿ ਨਹੀਂ ਦਿਖਾ ਸਕਦੇ, ਇਹ ਕਹਿਣਾ ਬੜਾ ਮੁਸ਼ਕਿਲ ਹੈ। ਲੇਕਿਨ ਜੇ ਰਾਸ਼ਟਰਪਤੀ ਚਾਹੁਣ, ਉਸ ਤਰ੍ਹਾਂ ਦਾ ਇੱਕ ਸਾਡੇ ਕੋਲ ਪ੍ਰੈਸੀਡੈਂਸ, ਇੱਕ ਉਦਾਹਰਨ ਪਹਿਲਾਂ ਤੋਂ ਮੌਜੂਦ ਹੈ, ਉਹ ਕਰਨਾ ਚਾਹੁਣ ਤੇ ਕਰ ਸਕਦੇ ਆ। ਪਰ ਜੋ ਹੁਣ ਦੇ ਹਾਲਾਤ ਨੇ, ਜਿਸ ਤਰੀਕੇ ਨਾਲ ਇੱਕ ਰੂਲਿੰਗ ਪਾਰਟੀ ਦੇ ਜੋ ਕਲਚਰ ਬਣਿਆ ਹੋਇਆ, ਜੋ ਇੱਕ ਮਤਲਬ ਸਟੀਮ ਰੋਲ ਕਰਨ ਦਾ ਕਲਚਰ ਬਣਿਆ ਹੋਇਆ, ਮੈਨੂੰ ਨਹੀਂ ਲੱਗਦਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਇੰਨੀ ਜੁਰਤ ਕਰਨਗੇ। ਫਿਰ ਹੱਲ ਕੀ ਹੈ? ਹੱਲ ਕਿਸ ਤਰੀਕੇ ਨਾਲ ਹੋ ਪਾਊਗਾ? ਸਰਕਾਰ ਜਿਹੜੀ ਹੈਗੀ ਆ ਬੇਵਸਤਾ ਕਰਨੀ ਪਊਗੀ ਨਾ, ਜੇਕਰ ਇਹ ਬਿੱਲ ਨੂੰ ਰੋਕਣਾ ਹੈ। ਤਾਂ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ, ਇੱਧਰ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕਹਿ ਰਹੇ ਆ ਕਿ ਅਸੀਂ ਕੋਰਟ ਜਾਵਾਂਗੇ। ਫਿਰ ਹੱਲ ਕਿਸ ਤਰੀਕੇ ਨਾਲ ਹੋ ਪਾਊਗਾ? ਕਿਉਂਕਿ ਬਿੱਲ ਤਾਂ ਪਾਸ ਹੁਣ ਹੋ ਚੁੱਕੇ ਨੇ, ਹੁਣ ਹੱਲ ਹੋ ਪਾਊਗਾ ਵੀ ਜਾਂ ਨਹੀਂ ਹੋ ਪਾਊਗਾ? ਦੇਖੋ, ਹੁਣ ਬਹੁਤ ਲੰਬੀ ਲੜਾਈ ਲੜਨੀ ਪਊਗੀ। ਸਰਕਾਰ ਤੇ ਲਗਾਤਾਰ ਦਬਾਅ ਬਣਾਉਣਾ ਪਊਗਾ ਨਾਗਰਿਕ ਸਮਾਜ ਨੂੰ ਔਰ ਕਿਸਾਨ ਜਥੇਬੰਦੀਆਂ ਨੂੰ, ਔਰ ਲੋਕਾਂ ਨੂੰ ਐਜੂਕੇਟ ਕਰਨਾ ਪਊਗਾ ਕਿ ਇਹ ਜਿਹੜਾ ਖੇਤੀ ਬਿੱਲ ਪਾਸ ਹੋਇਆ, ਇਹ ਵਾਸਤਵ ਦੇ ਵਿੱਚ ਕਿੰਨਾ ਕੁ ਜ਼ਿਆਦਾ ਖਤਰਨਾਕ ਹੈ ਕਿਸਾਨਾਂ ਵਾਸਤੇ। ਕਿਉਂਕਿ ਇਸ ਵੇਲੇ ਅੰਦੋਲਨ ਚੱਲ ਰਿਹਾ, ਸਭ ਕੁਝ ਹੋ ਰਿਹਾ, ਹਰ ਤਰ੍ਹਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ, ਲੇਕਿਨ ਸਾਡੇ ਜਿਹੜੇ ਐਕਸਪਰਟਸ ਨੇ ਐਗਰੀਕਲਚਰ ਦੇ, ਇਕੋਨੋਮੀ ਦੇ, ਉਹ ਵੀ ਪੂਰੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਣ 'ਚ ਸਮਰੱਥ ਰਹੇ ਨੇ ਇਸ ਚੀਜ਼ ਨੂੰ ਦੱਸਣ ਦੇ ਬਾਰੇ ਕਿ ਇਸ ਬਿੱਲ ਦਾ ਕਿੱਥੇ ਕਿਸ ਤਰ੍ਹਾਂ ਦਾ ਅਸਰ ਪਏਗਾ। ਪੂਰੀ ਤਰ੍ਹਾਂ ਤਾਂ ਸ਼ਾਇਦ ਦੱਸਿਆ ਵੀ ਨਹੀਂ ਜਾ ਸਕਦਾ ਭਵਿੱਖ ਦੇ ਬਾਰੇ, ਪਰ ਫਿਰ ਵੀ ਇੰਡੀਕੇਟਰਸ ਦਿੱਤੇ ਜਾ ਸਕਦੇ ਹੁੰਦੇ ਨੇ ਜਿਹੜੇ ਕਿ ਸ਼ਾਇਦ ਉਸ ਤਰ੍ਹਾਂ ਦੀ ਤਰੀਕੇ ਨਾਲ ਨਹੀਂ ਦਿੱਤੇ ਗਏ। ਸੋ ਇੱਕ ਜੇ ਬਿੱਲ ਵਾਕਈ ਗਲਤ ਹੈ ਤਾਂ ਉਹਨਾਂ ਮਾਹਿਰਾਂ ਨੂੰ ਅੱਗੇ ਲੱਗ ਕੇ ਸਾਰੇ ਦੇਸ਼ ਦੇ ਵਿੱਚ ਇੱਕ ਪਬਲਿਕ ਓਪੀਨੀਅਨ ਜਿਹੜੀ ਹੈ ਬਣਾਉਣੀ ਪਊਗੀ, ਇੱਕ ਲਗਾਤਾਰ ਐਜੀਟੇਸ਼ਨ ਜਿਹੜਾ ਹੈ ਕਰਨਾ ਪਊਗਾ। ਔਰ ਜੋ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ, ਦੇਖੋ, ਖੇਤੀ ਆਰਡੀਨੈਂਸ ਆਇਆ, ਖੇਤੀ ਬਿੱਲ ਪਾਸ ਹੋਇਆ, ਇਹ ਮਤਲਬ ਨਹੀਂ ਹੈ ਕਿ ਹੁਣ ਹੀ ਇਹ ਸਾਰੀਆਂ ਸਮੱਸਿਆਵਾਂ ਸੀ। ਪਿਛਲੇ 20-25 ਸਾਲ ਤੋਂ ਮਾਹਿਰ ਵੀ ਜਿਹੜੇ ਨੇ ਉਹ ਵੱਖ-ਵੱਖ ਸਮਿਆਂ ਦੇ ਉੱਤੇ ਇਸ ਤਰ੍ਹਾਂ ਦਾ ਆਵਾਜ਼ ਉਠਾਉਂਦੇ ਰਹੇ ਨੇ ਕਿ ਸਾਡੀ ਜਿਹੜੀ ਖੇਤੀਬਾੜੀ ਨੀਤੀ ਹੈ ਉਹਦੇ ਵਿੱਚ ਬਹੁਤ ਬੇਸਿਕ ਚੇਂਜਸ ਲਿਆਉਣ ਦੀ ਲੋੜ ਹੈ। ਸੈਚੂਰੇਸ਼ਨ ਆ ਚੁੱਕੀ ਹੈ, ਡਾਈਵਰਸੀਫਿਕੇਸ਼ਨ ਆਫ ਕ੍ਰੌਪਸ ਹੋਣੀ ਚਾਹੀਦੀ ਹੈ, ਜਾਂ ਵੈਲਿਊ ਐਡੀਸ਼ਨ ਹੋਣੀ ਚਾਹੀਦੀ ਸਾਡੇ ਜਿਹੜੇ ਐਗਰੀਕਲਚਰ ਪ੍ਰੋਡਿਊਸ ਨੇ, ਤਾਂ ਕਿ ਉਹ ਆਸਾਨੀ ਨਾਲ ਵਿਕ ਸਕਣ। ਜਿਹੜੀ ਤੁਸੀਂ ਰॉ ਫਸਲ ਬੀਜਦੇ ਹੋ, ਕਣਕ, ਝੋਨਾ, ਹੋਰ, ਉਸ ਦੀ ਡਿਮਾਂਡ ਘਟਦੀ ਜਾ ਰਹੀ ਹੈ। ਇੰਟਰਨੈਸ਼ਨਲ ਪ੍ਰਾਈਸਿਸ ਜਿਹੜੀਆਂ ਹੈ ਡਿੱਗਦੀਆਂ ਜਾ ਰਹੀਆਂ, ਤੁਹਾਡੀਆਂ ਪ੍ਰਾਈਸਿਸ ਜਿਉਂ ਦੀਆਂ ਤਿਉਂ ਨੇ। ਸੋ ਕਈ ਕਿਸਮ ਦੀਆਂ ਸਮੱਸਿਆਵਾਂ ਸੀ, ਤਾਂ ਉਸ ਨੂੰ ਸਰਕਾਰ ਨੂੰ ਬਹੁਤ ਪਹਿਲਾਂ ਤੋਂ ਹੀ ਕਦਮ ਉਠਾਉਣੇ ਚਾਹੀਦੇ ਸੀਗੇ ਕਿ ਉਸ ਪਾਸੇ ਵੱਲ ਤੁਰਦੀਆਂ। ਤਾਂ ਜੇ ਨਹੀਂ ਇਹ ਕਦਮ ਉਠਾਏ ਗਏ ਤਾਂ ਉਹਦੇ ਲਈ ਮੈਂ ਮੁੱਖ ਤੌਰ ਤੇ ਉਹਨਾਂ ਸਮਿਆਂ ਦੀਆਂ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾਊਂਗਾ। ਪਰ ਹੁਣ ਵੀ ਜੇ ਇਸ ਨੂੰ ਕੁਝ ਕਰਨਾ ਹੈਗਾ ਤਾਂ ਇਹਦੀ ਪਬਲਿਕ ਓਪੀਨੀਅਨ ਬਣਾ ਕੇ ਸਰਕਾਰ ਤੇ ਬਹੁਤ ਪ੍ਰੈਸ਼ਰ ਪਾਉਣਾ ਪਊਗਾ। ਖਾਸ ਤੌਰ ਤੇ ਇਹ ਇੱਕ ਐਸੀ ਸਰਕਾਰ ਨਾਲ ਸਾਡਾ ਜਿਹੜਾ ਹੈਗਾ ਉਹ ਵਾਸਤਾ ਪਿਆ ਜਿਹੜੀ ਇੱਕ ਖਾਸ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੀ ਹੈ, ਜਿਹਨੂੰ ਇੱਕ ਬਹੁਤ ਬੜੀ ਕਾਰਪੋਰੇਟ ਲੌਬੀ ਦੀ ਸਪੋਰਟ ਹੈ, ਔਰ ਉਹ ਆਮ ਜਨਤਾ ਦੀ ਗੱਲ ਸੁਣਨ 'ਚ ਵਿਸ਼ਵਾਸ ਨਹੀਂ ਰੱਖਦੀ। ਤੁਸੀਂ ਦੇਖਦੇ ਹੋ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਨਹੀਂ ਆਉਂਦੇ, ਲੋਕਾਂ ਦੇ ਸਵਾਲ ਦੇ ਜਵਾਬ ਦੇਣ ਨੂੰ ਹੀ ਉਹ ਤਿਆਰ ਨਹੀਂ ਹੈਗੇ। ਸੋ ਇੱਕ ਕਿਸਮ ਦੀ ਗੱਲ ਜਿਹੜੀ ਕਰਤੀ ਉਹ ਵਾਪਸ ਨਹੀਂ ਲੈਂਦੇ। ਹਾਂ, ਬੜੀ ਬਜ਼ਿੱਦ ਹੋ ਕੇ, ਜਿਸ ਤਰ੍ਹਾਂ ਇੱਕ ਗੁੱਸਾ ਕੱਢਿਆ ਜਾਂਦਾ ਕਿ ਨਹੀਂ ਹੁਣ ਤਾਂ ਇਹ ਹੋ ਗਿਆ, ਹੁਣ ਦੇਖਦੇ ਹਾਂ ਕਿਸ ਤਰ੍ਹਾਂ ਇਹਨੂੰ ਵਾਪਸ ਕੀਤਾ ਜਾਣਾ।
ਸੋ ਇਸ ਤਰ੍ਹਾਂ ਦੀ ਸਰਕਾਰ ਤੋਂ ਉਮੀਦ ਰੱਖਣਾ ਕਿ ਉਹ ਇਸ ਬਿੱਲ ਨੂੰ ਵਾਪਸ ਲੈ ਲਊਗੀ ਔਰ ਆਸਾਨੀ ਨਾਲ ਲੈ ਲਊਗੀ, ਮੈਨੂੰ ਇਸ ਦੇ ਬਾਰੇ ਕੋਈ ਉਮੀਦ ਨਹੀਂ ਕਿ ਇਸ ਤਰ੍ਹਾਂ ਹੋਊਗਾ। ਬਾਕੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕੋਰਟ ਜਾਵਾਂਗੇ। ਕੋਰਟ ਦੇ ਵਿੱਚ ਉਹ ਕਿਸ ਬਿਨਾਂ 'ਤੇ ਜਾਣਗੇ? ਸੰਸਦ ਦੇ ਕੋਲ ਪਾਵਰ ਹੈ ਬਿੱਲ ਪਾਸ ਕਰਨ ਦੀ, ਉਹਨਾਂ ਨੇ ਕਰ ਦਿੱਤੀ। ਉੱਥੇ ਕਿਸ ਤਰ੍ਹਾਂ ਲੜਾਈ ਹੁੰਦੀ ਹੈ, ਔਰ ਪਿਛਲੇ ਕਈ ਮਹੀਨਿਆਂ ਤੋਂ, ਪਿਛਲੇ ਕੁਝ ਸਾਲਾਂ ਤੋਂ ਸਾਡੀਆਂ ਕੋਰਟਸ ਦਾ ਵੀ ਜੋ ਰੂਲ ਹੈ, ਆਮ ਤੌਰ ਦੇ ਉੱਤੇ ਮਹਿਸੂਸ ਕੀਤਾ ਜਾ ਰਿਹਾ ਕਿ ਜੁਡੀਸ਼ਰੀ ਜਿਹੜੀ ਕਿ ਲੋਕਤੰਤਰ ਨੂੰ ਬਚਾ ਕੇ ਰੱਖਦੀ ਹੈ, ਜਿਹੜਾ ਕਿ ਇੱਕ ਲਾਸਟ ਰਿਸੋਰਟ ਹੈ ਕਿ ਜੇ ਸਰਕਾਰ ਠੀਕ ਨਹੀਂ ਕਰਦੀ ਤਾਂ ਤੁਸੀਂ ਅਦਾਲਤ ਚਲੇ ਜਾਓ, ਉੱਥੇ ਵੀ ਸ਼ਾਇਦ ਇਸ ਤਰ੍ਹਾਂ ਦੇ ਪ੍ਰੈਸ਼ਰਸ ਨੇ, ਇਸ ਤਰ੍ਹਾਂ ਦੀ ਪੋਲੀਟੀਕਲ ਇੰਟਰਫੇਰੈਂਸ ਹੈ ਕਿ ਬਹੁਤ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਜਿਹੜਾ ਲੋਕਤੰਤਰ ਦੇ ਪੱਖੋਂ ਬੜਾ ਨਾਗਵਾਰ ਹੈ। ਮੈਨੂੰ ਬੜਾ ਦੁੱਖ ਹੁੰਦਾ ਇਹ ਗੱਲ ਕਹਿੰਦੇ ਹੋਏ, ਇੱਕ ਇਸ ਦੇਸ਼ ਦੇ ਨਾਗਰਿਕ ਹੁੰਦੇ ਹੋਏ, ਲੇਕਿਨ ਇਹ ਸੱਚ ਹੈ ਔਰ ਸੱਚ ਬੋਲਣਾ ਹੀ ਪਏਗਾ। ਜੇਕਰ ਇਹਨਾਂ ਆਰਡੀਨੈਂਸਾਂ ਤੋਂ ਬਾਅਦ, ਕੇਂਦਰ ਦੀ ਪੱਕੀ ਸਿਆਸਤ ਤੋਂ ਬਾਅਦ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਪੂਰੀ ਤਰੀਕੇ ਦੇ ਨਾਲ ਸਰਕਾਰ ਘਿਰੀ ਹੋਈ ਹੈ। ਉਹਦੇ ਜੇਕਰ ਗੱਲ ਕਰੀਏ ਵਿਰੋਧੀ ਧਿਰਾਂ ਦੀ, ਖਾਸ ਕਰ ਅਕਾਲੀ ਤੇ ਭਾਜਪਾ ਦੀ ਜੇਕਰ ਗੱਲ ਕਰੀਏ, ਉਹ ਵੀ ਪੂਰੀ ਤਰ੍ਹਾਂ ਦੇ ਨਾਲ ਘਿਰੇ ਹੋਏ ਨੇ। ਬੇਸ਼ੱਕ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਕੈਬਨਿਟ ਤੋਂ ਕੁਰਬਾਨੀ ਸ਼ੋਅ ਕਰ ਰਹੇ ਹੋਣ ਕਿ ਅਸੀਂ ਕੁਰਬਾਨੀ ਦੇਤੀ ਆ, ਪਰ ਲੋਕ ਆਪਣੀ ਜਿੱਤ ਤੇ ਅੜੇ ਹੋਏ ਨੇ ਕਿ ਇਹਨਾਂ ਦੇ ਕਾਰਨ ਸਾਡਾ ਨੁਕਸਾਨ ਹੋਇਆ। ਤੁਸੀਂ ਕਿਵੇਂ ਦੇਖਦੇ ਹੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ, ਉਧਰੋਂ ਅਜਿਹਾ ਪੋਲੀਟੀਕਲ ਸਥਿਤੀ ਬਣ ਜਾਣੀ, ਤਾਂ ਕਿਵੇਂ ਦੇਖਦੇ ਹੋ ਕਿ ਰੋਲ ਕਿਹੋ ਜਿਹਾ? ਦੇਖੋ, ਸਭ ਤੋਂ ਪਹਿਲਾਂ ਪੰਜਾਬ ਦੇ ਲੋਕ, ਜਿਨ੍ਹਾਂ ਦੇ ਵਿੱਚ ਬਹੁਤ ਭਾਰੀ ਨਿਰਾਸ਼ਾ ਛਾਈ ਹੋਈ ਹੈ ਇਸ ਵੇਲੇ, ਕਿਸੇ ਵੀ ਰਾਜਨੀਤਿਕ ਦਲ ਦੇ ਵੱਲ ਉਹ ਉਮੀਦ ਭਰੀ ਨਜ਼ਰ ਨਾਲ ਨਹੀਂ ਮੈਨੂੰ ਦੇਖਦੇ ਨਜ਼ਰ ਆਉਂਦੇ ਫਿਲਹਾਲ। ਬਿਲਕੁਲ, ਮੈਂ ਲੋਕਾਂ ਦੇ ਵਿੱਚ ਵਿਚਰਦਾ, ਵਿਦਿਆਰਥੀਆਂ ਦੇ ਵਿੱਚ ਵਿਚਰਦਾ, ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਜਾਂਦਾ, ਲੋਕ ਸਵਾਲ ਪੁੱਛਦੇ ਆ, ਮੈਨੂੰ ਵੀ ਸਵਾਲ ਪੁੱਛਦੇ ਆ ਕਿ ਕੌਣ ਹੈ ਇਸ ਤਰ੍ਹਾਂ ਦਾ ਵਿਅਕਤੀ, ਕਿਉਂਕਿ ਸਾਡੇ ਜਿਹੜੇ ਦੇਸ਼ ਨੇ, ਤਰੱਕੀ ਪਜ਼ੀਰ ਦੁਨੀਆ ਦੇ ਦੇਸ਼, ਲੋਕ ਪੋਲੀਟੀਕਲ ਪਾਰਟੀਆਂ ਦੇ ਮੈਨੀਫੈਸਟੋ ਨੂੰ, ਉਹਨਾਂ ਦੀਆਂ ਪਾਲਿਸੀਜ਼ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਘੱਟ ਸਮਝਦੇ ਆ। ਉਹ ਹਮੇਸ਼ਾ ਲੀਡਰ ਵੱਲ ਦੇਖਦੇ ਆ ਕਿ ਕਿਹੜਾ ਐਸਾ ਵਿਅਕਤੀ, ਕਿਹੜਾ ਐਸਾ ਯੋਧਾ ਨਿਕਲੂਗਾ ਜਿਹੜਾ ਸਾਨੂੰ ਕਿਸੇ ਪਾਰ ਲਗਾ ਦੇਵੇ। ਜਦੋਂ ਵੀ ਵੋਟਾਂ ਪਈਆਂ ਤੁਸੀਂ ਦੇਖੋ, ਉਹ ਹਮੇਸ਼ਾ ਲੀਡਰ ਨੂੰ ਪਈਆਂ ਜਾਂ ਫਿਰ ਉਸ ਲੀਡਰ ਦੀ ਵਿਰੋਧਤਾ 'ਚ ਪਈਆਂ। ਸਾਡਾ ਜਿਹੜਾ ਵੋਟਿੰਗ ਬਿਹੇਵੀਅਰ ਹੈ ਹਮੇਸ਼ਾ ਇਹ ਸ਼ੋਅ ਕਰਦਾ। ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਪੰਜਾਬ ਕਾਂਗਰਸ ਦੇਖੀਏ, ਸਾਨੂੰ ਕੋਈ ਨੇਤਾ ਨਜ਼ਰ ਨਹੀਂ ਆਉਂਦਾ। ਜਿਹੜੇ ਨੇਤਾ ਉਭਰੇ ਸੀ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਬਾਰੇ ਕੁਝ ਕਹਿਣਾ ਵੀ ਜਿਹੜਾ ਹੈ ਉਹ ਵਿਅਰਥ ਹੈ। ਸਾਰੀ ਦੁਨੀਆ ਜਾਣਦੀ ਹੈ ਉਹ ਕਿਸ ਤਰ੍ਹਾਂ। ਸੋ ਲੋਕਾਂ ਦੀ ਜਿਹੜੀ ਉਮੀਦ ਹੈ ਉਸ ਨੂੰ ਧੱਕਾ ਤਾਂ ਲੱਗ ਹੀ ਰਿਹਾ ਹੈਗਾ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਆਮ ਆਦਮੀ ਪਾਰਟੀ, ਉਹਨਾਂ ਦਾ ਉਹੀ ਹਾਲ ਹੈ ਜਿਹੜਾ ਪਿਛਲੇ ਇਲੈਕਸ਼ਨ ਵੇਲੇ ਸੀ। ਉਹ ਲੀਡਰਸ਼ਿਪ ਦੇ ਇਸ਼ੂ ਨੂੰ ਸੋਲਵ ਕਰ ਹੀ ਨਹੀਂ ਸਕੇ। ਉਹਨਾਂ ਤੇ ਕਰਪਸ਼ਨ ਦੇ ਚਾਰजेस ਜਿਹੜੇ ਹੈ ਪਹਿਲਾਂ ਨਹੀਂ ਸੀਗੇ, ਹੁਣ ਤਾਂ ਇਹ ਵੀ ਚਾਰजेस ਲੱਗਦੇ ਕਿ ਪਿਛਲੇ ਵਿਧਾਨ ਸਭਾ ਦੇ ਇਲੈਕਸ਼ਨ 'ਚ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਗਈਆਂ। ਹਰ ਕੁਝ ਸੁਣਨ ਨੂੰ ਮਿਲ ਰਿਹਾ ਉਹਨਾਂ ਦੇ ਬਾਰੇ, ਔਰ ਬਤੌਰ ਆਪੋਜੀਸ਼ਨ ਵੀ ਐਮਐਲਏ ਉਹਨਾਂ ਦੇ ਹੋਣ, ਔਰ ਉਹ ਉਸ ਤਰ੍ਹਾਂ ਦਾ ਰੋਲ ਪਲੇ ਹੀ ਨਹੀਂ ਕਰ ਪਾ ਸਕੇ ਸਾਡੀ ਵਿਧਾਨ ਸਭਾ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ। ਯਾਨੀ ਆਪੋਜੀਸ਼ਨ ਧਿਰ, ਵਿਰੋਧੀ ਧਿਰ ਨਜ਼ਰ ਆਉਣੀ ਚਾਹੀਦੀ ਹੈ ਸਰਕਾਰ ਦਾ ਵਿਰੋਧ ਕਰਦੇ ਹੋਏ। ਅਕਾਲੀ ਭਾਜਪਾ ਨੂੰ ਕਿੰਨਾ ਕੁ ਨੁਕਸਾਨ ਹੋ ਜਾਊਗਾ, ਕਿਉਂਕਿ ਇਹਨਾਂ ਦੀ ਉਹ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਇਹੀ ਭਾਈਵਾਲ ਨੇ। ਬੇਸ਼ੱਕ ਹੁਣ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਨੁਕਸਾਨ ਕਿੰਨਾ ਕੁ ਹੋ ਸਕਦਾ? ਕੈਬਨਿਟ ਦਾ ਅਸਤੀਫਾ ਇੱਕ ਡਰਾਮਾ ਹੈ। ਇਹ ਅਸਤੀਫਾ ਜਦੋਂ ਆਰਡੀਨੈਂਸ ਜਾਰੀ ਕੀਤੇ ਗਏ ਸੀ, ਜੇ ਸ਼ਾਇਦ ਹਰਸਿਮਰਤ ਕੌਰ ਉਦੋਂ ਦੇ ਦਿੰਦੀ ਤੇ ਇਹਦਾ ਕੋਈ ਫਾਇਦਾ ਸ਼ਾਇਦ ਹੋ ਜਾਂਦਾ, ਲੇਕਿਨ ਹੁਣ ਤਾਂ ਸ਼ਰੇਆਮ ਇਸ ਚੀਜ਼ ਦਾ ਪਤਾ ਹੈ ਲੋਕਾਂ ਨੂੰ ਕਿ ਆਰਡੀਨੈਂਸ ਤੋਂ ਬਾਅਦ ਉਹ ਕੈਬਨਿਟ ਦਾ ਮੈਂਬਰ ਰਹੀ ਹੈ। ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ, ਫਿਰ ਵੀ ਕੁਝ ਨਹੀਂ ਕੀਤਾ। ਜਦੋਂ ਰਾਜ ਸਭਾ ਤੱਕ ਗੱਲ ਪਹੁੰਚੀ, ਉਦੋਂ ਆ ਕੇ ਇੱਕ ਦਿਨ ਕੈਲਕੂਲੇਟਡ ਵੇ ਨਾਲ ਅਸਤੀਫਾ ਦੇ ਦਿੱਤਾ ਤਾਂ ਕਿ ਲੋਕਾਂ ਦੇ ਕੋਲ ਕੋਸ਼ਿਸ਼ ਕੀਤੀ ਜਾਵੇ ਚਿਹਰਾ ਬਣਾਉਣ ਦੀ ਕਿ ਦੇਖੋ ਜੀ ਅਸੀਂ ਤਾਂ ਇਹਦਾ ਵਿਰੋਧ ਕਰਦੇ ਹਾਂ। ਲੇਕਿਨ ਹਰ ਵੇਲੇ ਇਸ ਚੀਜ਼ ਦਾ ਸਾਥ ਦਿੱਤਾ ਗਿਆ, ਵੋਟਿੰਗ ਦੇ ਵਿੱਚ, ਲੋਕ ਸਭਾ ਦੇ ਵਿੱਚ ਵੀ ਉਹਦਾ ਸਾਥ ਦਿੱਤਾ ਗਿਆ। ਸੋ ਅਕਾਲੀ ਦਲ ਦੀ ਕ੍ਰੈਡੀਬਿਲਿਟੀ ਜਿਹੜੀ ਹੈਗੀ ਇਸ ਵੇਲੇ, ਖਾਸ ਤੌਰ ਤੇ ਜਦੋਂ ਦਾ ਟੁੱਟਿਆ, ਉਹਨਾਂ ਦੇ ਵਿੱਚੋਂ ਮੈਂਬਰਸ ਨਿਕਲੇ ਨੇ, ਢੀਂਡਸਿਆ ਦੇ ਸਾਹਿਬ ਦੇ ਜਿਹੜੀ ਅਗਵਾਈ 'ਚ ਮੈਂਬਰ ਨਿਕਲੇ ਨੇ, ਹੋਰ ਬੜੇ ਲੋਕ ਨਿਕਲੇ ਨੇ, ਉਹ ਅਕਾਲੀ ਦਲ ਤਾਂ ਦਾ ਗ੍ਰਾਫ ਤਾਂ ਨੀਚੇ ਹੀ ਜਾ ਰਿਹਾ। ਭਾਜਪਾ ਜਿਹੜੀ ਹੈ ਉਹ ਠੀਕ ਹੈ, ਉਹਨਾਂ ਦੀ ਇੱਕ ਖਾਸ ਕਿਸਮ ਦੀ ਰਾਜਨੀਤੀ ਹੈ, ਪੋਲਰਾਈਜੇਸ਼ਨ ਦੀ ਜਿਹੜੀ ਉਹ ਹਮੇਸ਼ਾ ਪੋਲਿਟਿਕਸ ਨਾਲ ਉਹਨਾਂ ਨੇ ਦੇਸ਼ ਦੇ ਲੈਵਲ ਤੇ ਵੀ ਕੰਮ ਕੀਤਾ। ਪੰਜਾਬ ਦੇ ਵਿੱਚ ਵੀ ਜੋ ਕੁਝ ਮਾਹੌਲ ਬਣ ਰਿਹਾ, ਮੈਨੂੰ ਨਜ਼ਰ ਆ ਰਿਹਾ ਕਿ ਉਹ ਪੋਲਰਾਈਜੇਸ਼ਨ ਦੀ ਇੱਥੇ ਕੁਛ ਨਾ ਕੁਛ ਖੇਡ ਚਲਾਉਣਗੇ ਤਾਂ ਕਿ ਜਿਹੜੀ ਪੰਜਾਬ ਦੀ ਹਿੰਦੂ ਵੋਟ ਹੈਗੀ ਹੈ ਉਹ ਭਾਜਪਾ ਨੂੰ ਭੁਗਤ ਸਕੇ, ਜਾਂ ਭਾਜਪਾ ਜਿੱਥੇ ਚਾਹਵੇ ਉਸ ਤਰ੍ਹਾਂ ਭੁਗਤ ਸਕੇ। ਉਹ ਆਲ ਇੰਡੀਆ ਲੈਵਲ ਤੇ ਤਾਂ ਕਾਮਯਾਬ ਰਹੇ ਨੇ, ਉਹਨਾਂ ਨੇ ਆਪਣਾ ਜਿਹੜਾ ਸੰਪਰਦਾਇਕ ਏਜੰਡਾ ਚਲਾਇਆ ਹੈਗਾ। ਪੰਜਾਬ 'ਚ ਕਿੰਨੇ ਕੁ ਪ੍ਰਤੀਸ਼ਤ ਕਾਮਯਾਬ ਹੁੰਦੇ ਦੇਖਣਾ ਪਏਗਾ। ਸੋ ਲੇਕਿਨ ਉਹ ਇਸ ਤਰ੍ਹਾਂ ਦੀ ਪੋਲੀਟੀਕਲ ਪਾਰਟੀ ਹੈ ਜਿਸ ਨੇ ਹਰ ਹੜਬਾ, ਹਰ ਹੀਲਾ ਲਗਾਇਆ ਹੋਇਆ ਇਸ ਵੇਲੇ ਵੀ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਸੱਤਾ ਦੇ ਵਿੱਚ ਜੇ ਉਹ ਸਿੱਧੇ ਤਰੀਕੇ ਨਾਲ ਨਹੀਂ ਆ ਸਕਦੇ ਤਾਂ ਉਹਨਾਂ ਦੇ ਪ੍ਰਭਾਵ ਵਾਲੀ ਹੀ ਕੋਈ ਧਿਰ ਜਿਹੜੀ ਹੈ ਆਵੇ। ਸੋ ਕੋਸ਼ਿਸ਼ ਇਸ ਤਰ੍ਹਾਂ ਦੀ ਕਰਨਗੇ, ਇਹ ਸਾਰਾ ਕੁਝ ਪੰਜਾਬ ਲਈ ਬੜਾ ਘਾਤਕ ਹੋਏਗਾ। ਪ੍ਰੋਫੈਸਰ ਸਾਹਿਬ, ਇੱਕ ਖਾਸ ਵਿਅਕਤੀ ਦੀ ਗੱਲ ਕਰਾਂਗੇ ਜੀ। ਸਨੀ ਦਿਓਲ ਹੈ, ਪਾਰਲੀਮੈਂਟ ਮੈਂਬਰ ਨੇ ਜਿਹੜੇ,
ਗੁਰਦਾਸਪੁਰ ਤੋਂ, ਉਹਨਾਂ ਨੂੰ ਪੰਜਾਬ ਦੇ ਵਿੱਚ ਉਤਾਰਿਆ ਗਿਆ ਸੀਗਾ। ਅਸੀਂ ਵੀ ਸਨੀ ਦਿਓਲ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਨੀ ਦਿਓਲ ਸਾਹਿਬ, ਤੁਹਾਨੂੰ ਮੋਦੀ ਨੇ ਪੰਜਾਬ ਦੇ ਵਿੱਚ ਇਸ ਲਈ, ਗੁਰਦਾਸਪੁਰ ਦੇ ਵਿੱਚ ਇਸ ਲਈ ਉਤਾਰਿਆ ਸੀ ਕਿ ਤੁਸੀਂ ਪੰਜਾਬ ਦੇ ਪੁੱਤਰ ਹੋ, ਪੰਜਾਬ 'ਚੋਂ ਤੁਹਾਨੂੰ ਵੋਟਾਂ ਮਿਲ ਜਾਣਗੀਆਂ, ਤੁਸੀਂ ਜਿੱਤ ਜਾਓਗੇ। ਵੋਟਾਂ ਵੀ ਮਿਲੀਆਂ, ਤੁਸੀਂ ਜਿੱਤ ਵੀ ਗਏ। ਪਰ ਹੁਣ ਜਦੋਂ ਪੰਜਾਬੀਆਂ ਨਾਲ ਖੜਨ ਦੀ ਵਾਰੀ ਆਈ ਤਾਂ ਤੁਸੀਂ ਮੋਦੀ ਦੇ ਹੱਕ ਦੇ ਵਿੱਚ ਖੜ ਕੇ, ਜਿਹੜਾ ਤੁਹਾਡਾ 2.5 ਕਿਲੋ ਦਾ ਹੱਥ ਆ, ਉਹ ਪੰਜਾਬ ਦੀ ਕਿਸਾਨਾਂ ਦੇ ਹੱਕ ਤੇ ਵੱਜਣ ਦੇ ਨਾਲ ਨਾਲ ਉਹਨਾਂ ਦੀਆਂ ਉਮੀਦਾਂ ਤੇ ਵੀ ਵੱਜਿਆ। ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਪੰਜਾਬ ਦਾ ਪੁੱਤਰ ਵੋਟਾਂ ਲੈ ਕੇ ਪਹਿਲਾਂ ਤਾਂ ਇੱਥੋਂ ਦੌੜ ਗਿਆ, ਜਦੋਂ ਹੁਣ ਹੱਕਾਂ 'ਚ ਖੜਨ ਦੀ ਵਾਰੀ ਆਈ ਤਾਂ ਉਹ ਕਹਿੰਦਾ ਜੀ ਮੋਦੀ ਸਾਹਿਬ ਨੇ ਬਹੁਤ ਵਧੀਆ ਆਰਡੀਨੈਂਸ ਪਾਸ ਕੀਤਾ? ਸੁਖਵਿੰਦਰ, ਮੈਨੂੰ ਦੋ ਗੱਲਾਂ ਤੇ ਬਹੁਤ ਇਤਰਾਜ਼ ਹੈ। ਇੱਕ ਤਾਂ ਇਹ ਕਿ ਸਨੀ ਦਿਓਲ ਇਹ ਕਹੇ ਮੈਂ ਪੰਜਾਬ ਦਾ ਪੁੱਤਰ ਹਾਂ। ਉਹ ਕਦੋਂ ਪੰਜਾਬ 'ਚ ਜੰਮਿਆ ਪਲਿਆ, ਕਦੋਂ ਪੰਜਾਬ 'ਚ ਰਿਹਾ? ਸਿੰਪਲੀ ਉਹ ਇੱਕ ਪੰਜਾਬੀ, ਉਹਦੇ ਜਿਹੜੇ ਬਾਪ ਦਾਦਾ ਪੰਜਾਬੀ ਸੀਗੇ। ਜੇਕਰ ਇੱਕ ਇੱਥੇ ਪ੍ਰੋਫੈਸਰ ਸਾਹਿਬ, ਸੌਰੀ ਮਾਫ ਕਰਨਾ, ਮੈਂ ਤੁਹਾਨੂੰ ਇੱਥੇ ਰੋਕਣਾ ਚਾਹੂੰਗਾ ਕਿ ਉਹਦੇ ਜਿਹੜੇ ਬਾਪ ਹੈਗੇ ਆ ਧਰਮਿੰਦਰ, ਉਹਨਾਂ ਦੇ ਵੱਲੋਂ ਵੀ ਦਗਾ ਕਮਾ ਦਿੱਤਾ ਗਿਆ ਸੀ। ਦੂਜਾ ਵਿਆਹ ਕਰਾਉਣ ਦੀ ਖਾਤਰ ਧਰਮ ਉਹਨਾਂ ਨੇ ਵੀ ਛੱਡਤਾ ਸੀ ਆਪਣਾ। ਨਹੀਂ, ਮੈਂ ਉਹੀ ਕਹਿੰਦਾ ਨਾ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਸਨੀ ਦਿਓਲ ਆਪਣੇ ਆਪ ਨੂੰ ਕਿਸ ਕੈਪੈਸਿਟੀ 'ਚ ਪੰਜਾਬ ਦਾ ਪੁੱਤਰ ਕਹਿੰਦਾ, ਜਾਂ ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਕਹਿੰਦੇ ਨੇ। ਉਹ ਕਿਧਰੋਂ ਕਿਸਾਨ ਨੇ? ਉਹਨਾਂ ਨੇ ਕਦੇ ਅੱਜ ਤੱਕ ਕਈ ਚੱਕ ਕੇ ਜਾਂ ਰੰਬਾ ਚੱਕ ਕੇ ਕੋਈ, ਮੇਰਾ ਖਿਆਲ, ਇੱਕ ਘਾਹ ਦੀ ਤਿੜ ਨਹੀਂ ਕੱਢੀ ਹੋਣੀ। ਸਿੰਪਲੀ ਕਿਉਂਕਿ ਉਹ ਇੱਕ ਮਤਲਬ ਕਿਸਾਨੀ ਦੀ ਪੋਲਿਟਿਕਸ ਕਰਦੇ ਆ ਤੇ ਆਪਣੇ ਆਪ ਨੂੰ ਕਿਸਾਨ ਕਹਿੰਦੇ। ਜਾਂ ਸਨੀ ਦਿਓਲ ਜਿਹੜਾ ਹੈਗਾ ਉਹ ਕਿਉਂਕਿ ਪੰਜਾਬੀ ਦੇ ਕੁਝ ਡਾਇਲੌਗ ਆਪਣੀਆਂ ਫਿਲਮਾਂ 'ਚ ਬੋਲ ਲੈਂਦਾ, ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿੰਦਾ। ਇਹ ਲੋਕ ਪੰਜਾਬ ਬਾਰੇ ਸਮਝਦੇ ਕੀ ਹੈ, ਜਾਣਦੇ ਕੀ ਹੈ? ਬਿਲਕੁਲ। ਤੇ ਇਹਨਾਂ ਨੂੰ ਹਮਦਰਦੀ ਵੀ ਕੀ ਹੋਏਗੀ? ਜੇ ਹਮਦਰਦੀ ਹੁੰਦੀ ਤਾਂ ਪੰਜਾਬ ਦਾ ਇਹ ਹਾਲ ਨਾ ਹੁੰਦਾ। ਖਾਸ ਤੌਰ ਤੇ ਬਾਦਲ ਪਰਿਵਾਰ ਇੰਨੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸੱਤਾ ਦਾ ਸੁੱਖ ਜਿਹੜਾ ਹੈ ਦਿਲਵਾਇਆ। ਇਮੋਸ਼ਨਲੀ ਬਲੈਕਮੇਲ ਕੀਤੇ ਗਏ, ਐਸੇ ਮੁੱਦੇ ਉਠਾਏ ਗਏ, ਐਡੀ ਵੱਡੀਆਂ ਕਰਪਸ਼ਨ ਦੇ ਚਾਰਜ ਉਹਨਾਂ ਦੇ ਲੱਗਦੇ ਆ, ਐਡੇ ਵੱਡੀਆਂ ਉਹਨਾਂ ਨੇ ਜਗੀਰਾਂ ਬਣਾ ਲਈਆਂ, ਟਰਾਂਸਪੋਰਟ ਕੰਪਨੀ ਦੀ ਗੱਲ ਹੁੰਦੀ ਹੈ, ਸਾਰਾ ਕੁਝ ਹੁੰਦਾ। ਉਹ ਜੇ ਉਹ ਪੰਜਾਬੀ ਹੁੰਦੇ, ਵਾਕਈ ਪੰਜਾਬ ਦੇ ਜਾਂ ਕਿਸਾਨ ਦੇ ਪੁੱਤਰ ਹੁੰਦੇ, ਤਾਂ ਇਹ ਹਾਲਾਤ ਕਿਉਂ ਹੁੰਦੇ? ਉਹਨਾਂ ਦੇ ਜਿਹੜੀ ਆਤਮਾ ਮਰ ਕਿੱਦਾਂ ਜਾਂਦੀ? ਉਹ ਬੋਲਦੇ ਕਿਉਂ ਨਾ ਉੱਥੇ ਸੰਸਦ ਦੇ ਵਿੱਚ ਕਿ ਜੀ ਇਹ ਕਿਸਾਨਾਂ ਦਾ ਜਿਹੜਾ ਹੈਗਾ ਘਾਣ ਕੀਤਾ ਜਾ ਰਿਹਾ, ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਨਾ? ਉਸੇ ਵੇਲੇ ਉੱਠ ਕੇ ਬਾਹਰ ਕਿਉਂ ਨਾ ਆ ਜਾਂਦੇ? ਬਲਕਿ ਉਹ ਤਾਂ ਮੋਦੀ ਦੇ ਹੱਕ 'ਚ ਬੋਲੇ। ਬਿਲਕੁਲ, ਮੈਂ ਇਹੀ ਕਹਿ ਰਿਹਾ ਕਿ ਇਹ ਲੋਕ ਮਹਿੰਦੀ ਵੀ ਉਹਨਾਂ ਦੇ ਹੱਕ 'ਚ ਬੋਲੇ। ਇਹ ਸਾਰੇ ਲੋਕ ਜਿਹੜੇ ਨੇ ਆਪਣੀ ਜਿਹੜੀ ਹੈਗੀ ਹੈ ਉਹ ਪਾਵਰਫੁਲ ਪੋਜੀਸ਼ਨ ਨੂੰ ਬਚਾਉਣਾ ਚਾਹੁੰਦੇ ਨੇ। ਕੋਈ ਵੀ ਜਿਹੜੀ ਹੈ ਜੋ ਹਨੇਰੀ ਭਾਰਤ ਦੇ ਇਤਿਹਾਸ ਦੇ ਵਿੱਚ ਜੋ ਇੱਕ ਚੱਲੀ ਇਲੈਕਟੋਰਲ ਵਿਕਟਰੀ ਜਿਹੜੀ ਹੋਈ ਸੱਜੇ ਪੱਖੀ ਦਲਾਂ ਦੀ, ਜਿਹੜੀ ਕਿ ਸੰਪਰਦਾਇਕ ਰਾਜਨੀਤੀ ਲਿਆਂਦੀ ਗਈ, ਇਹ ਸਾਰੇ ਉਸ ਨੂੰ ਫੇਸ ਕਰਨ ਤੋਂ ਡਰਦੇ ਨੇ, ਸੱਚ ਤੋਂ ਡਰਦੇ ਨੇ, ਉਹਨਾਂ ਨੂੰ ਖੁਸ਼ ਕਰਨ ਤੇ ਤੁਰੇ ਹੋਏ ਨੇ। ਤੇ ਇੱਥੇ ਵੀ ਆ ਕੇ ਜਿਹੜਾ ਡਰਾਮਾ ਕਰਕੇ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਜਿਹੜਾ ਹੈ ਉਹ ਬਹਿਲਾਇਆ ਜਾਵੇ। ਲੇਕਿਨ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ, ਮੀਡੀਆ ਦੇ ਲੋਕਾਂ ਦੀ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਦੂਸਰੇ ਓਪੀਨੀਅਨ ਮੇਕਰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਇਹਦੇ ਬਾਰੇ ਜਾਗਰੂਕ ਕੀਤਾ ਜਾਏ ਕਿ ਹੁਣ ਸਾਨੂੰ ਜਿਹੜਾ ਹੈ ਇਹਨਾਂ ਦੀਆਂ ਗੱਲਾਂ 'ਚ ਆਏ ਬਿਨਾਂ ਪੰਜਾਬ ਦੇ ਲੋਕਾਂ ਵਜੋਂ ਵਿਚਰਨਾ ਪੈਣਾ, ਨਾ ਕਿ ਕਾਂਗਰਸੀ, ਅਕਾਲੀ, ਭਾਜਪਾਈ ਜਾਂ ਜੋ ਵੀ ਆਮ ਆਦਮੀ ਪਾਰਟੀ ਵਾਲੇ। ਪਾਰਟੀਆਂ ਨੇ ਲੋਕਾਂ ਨੂੰ ਇਕਜੁੱਟ ਨਾ ਹੋਣ ਦੇਣ ਕਰਕੇ ਵੱਖ-ਵੱਖ ਪਾਰਟੀਆਂ ਦੇ ਵਿੱਚ ਵੰਡਤਾ, ਏਕਤਾ ਨਹੀਂ ਹੋਣ ਦਿੱਤੀ। ਹਾਂ ਬਿਲਕੁਲ, ਉਹ ਸਾਰੀ ਜਿਹੜੀ ਇਹ ਡਿਵਿਸਿਵ ਪੋਲਿਟਿਕਸ ਹੈ, ਜਿਹੜੀ ਵੰਡ ਪਾਊ ਰਾਜਨੀਤੀ ਹੈ, ਇਹ ਬੜੀ ਖਤਰਨਾਕ ਸਾਬਤ ਸਾਡੇ ਦੇਸ਼ ਦੇ ਵਿੱਚ ਹੋਈ ਹੈ। ਪਿੰਡਾਂ ਦੇ ਵਿੱਚ ਦੇਖੋ, ਸ਼ੁਰੂ ਦੇ ਵਿੱਚ ਇੱਕ ਸਾਡਾ ਜਿਹੜਾ ਪੰਚਾਇਤੀ ਰਾਜ ਦਾ ਸਿਸਟਮ ਹੈ, ਜੋ ਮਹਾਤਮਾ ਗਾਂਧੀ, ਬਲਵੰਤ ਰਾਏ ਮਹਿਤਾ, ਦੂਸਰੇ ਲੋਕਾਂ ਨੇ ਐਡਵਾਈਜ਼ ਕੀਤਾ, ਉਹਦੇ 'ਚ ਬੇਸਿਕ ਡਾਕਟਰੀਨ ਇਹ ਸੀ ਕਿ ਪੰਚਾਇਤਾਂ ਦੇ ਲੋਕਲ ਬਾਡੀਜ਼ ਦੇ ਇਲੈਕਸ਼ਨ ਪਾਰਟੀ ਦੇ ਆਧਾਰ ਤੇ ਨਹੀਂ ਹੋਣਗੇ। ਪਿੰਡਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਨਹੀਂ ਜਾਣਗੀਆਂ। ਇਹਨਾਂ ਨੇ ਤਾਂ ਉਹ ਵੀ ਨਹੀਂ ਬਖਸ਼ੇ, ਪਿੰਡਾਂ ਦੇ ਵਿੱਚ ਧੜੇਬੰਦੀ ਕਰ ਦਿੱਤੀ। ਆ ਫਲਾਣਾ ਪਰਿਵਾਰ ਕਿਹਦਾ? ਇਹ ਜੀ ਬਾਦਲਾਂ ਦੇ ਨਾਲ ਹੈ, ਇਹ ਫਲਾਣਾ ਪਰਿਵਾਰ ਕਾਂਗਰਸੀ ਹੈ। ਆਪਸ ਦੇ ਵਿੱਚ ਇੱਕ ਦੂਜੇ ਦੇ ਪਰਚੇ ਜਿਹੜੇ ਹੈ ਦਰਜ ਕਰਾਏ ਜਾਂਦੇ ਆ। ਸੋ ਇਹਨਾਂ ਨੇ ਤਾਂ ਪਿੰਡਾਂ ਨੂੰ ਵੀ ਨਹੀਂ ਬਖਸ਼ਿਆ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਸੇਕਣ ਵਾਸਤੇ। ਤਾਂ ਇਹਨਾਂ ਤੋਂ ਹੋਰ ਅਸੀਂ ਕੀ ਉਮੀਦ ਕਰ ਸਕਦੇ ਹਾਂ? ਫੋਕਰ ਸਾਹਿਬ, ਆਖਰੀ ਸਵਾਲ ਹੈ। ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ ਦੇ ਉੱਪਰ ਜੀਵਨੀ ਆ ਰਹੀ ਹੈ ਮਾਰਕੀਟ ਦੇ ਵਿੱਚ। ਕਿਹਾ ਜਾਂਦਾ ਕਿ ਪ੍ਰਤਾਪ ਸਿੰਘ ਕੈਰੋਂ ਨੇ ਆਧੁਨਿਕ ਪੰਜਾਬ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਸੀ, ਪਰ ਆਖਰ ਕੀ ਹੋ ਗਿਆ ਕਿ ਜਿਹੜਾ ਉਹ ਸੁਪਨਾ ਸੀ ਉਹਨਾਂ ਦਾ, ਪੰਜਾਬ ਅਜਿਹੀ ਸਥਿਤੀ ਦੇ ਵਿੱਚ ਆ ਕੇ ਖੜਾ ਹੋ ਗਿਆ। ਹਾਂ, ਇੱਕ ਉਹਨਾਂ ਦੀ ਜੀਵਨੀ ਹਾਲ ਹੀ ਦੇ ਵਿੱਚ ਆਈ ਹੈ। ਪ੍ਰਤਾਪ ਸਿੰਘ ਕੈਰੋਂ ਇਹ ਵਿਜ਼ਨਰੀ, ਪ੍ਰੋਫੈਸਰ ਰਾਜੀਵ ਲੋਚਨ ਪੰਜਾਬ ਯੂਨੀਵਰਸਿਟੀ ਦੇ ਤੇ ਉਹਨਾਂ ਦੇ ਸਾਥੀਆਂ ਨੇ ਕਿਤਾਬ ਲਿਖੀ ਹੈ। ਮੈਂ ਵੀ ਉਸ ਨੂੰ ਪੜ੍ਹ ਰਿਹਾ, ਪੂਰੀ ਤਰ੍ਹਾਂ ਮੁਕੰਮਲ ਨਹੀਂ ਕੀਤੀ, ਲੇਕਿਨ ਮੈਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਬਾਰੇ ਕਾਫੀ ਜਾਣਕਾਰੀ ਪਹਿਲਾਂ ਤੋਂ ਵੀ ਰੱਖਦਾ। 8 ਸਾਲ ਉਹ ਪੰਜਾਬ ਦੇ ਵਜ਼ੀਰ ਆਲਾ ਰਹੇ, ਮੁੱਖ ਮੰਤਰੀ ਰਹੇ, 1956 ਤੋਂ ਲੈ ਕੇ 1964 ਤੱਕ। ਉਹਨਾਂ 8 ਸਾਲਾਂ ਦੇ ਵਿੱਚ ਉਹਨਾਂ ਨੇ, ਉਸ ਤੋਂ ਪਹਿਲਾਂ ਵੀ ਬਤੌਰ ਮੰਤਰੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਭੂਮੀ ਸੁਧਾਰ ਹੋਏ ਉਹ ਪ੍ਰਤਾਪ ਸਿੰਘ ਕੈਰੋਂ ਦੇ ਜ਼ਮਾਨੇ ਦੇ ਵਿੱਚ ਹੋਏ। ਉਹ ਰੈਵਨਿਊ ਮਿਨਿਸਟਰ ਸੀਗੇ। ਜਿਹੜੀ ਲੈਂਡ ਕੰਸੋਲੀਡੇਸ਼ਨ ਜਿਹਨੂੰ ਕਿਹਾ ਜਾਂਦਾ ਹੈ ਉਹ ਹੋਈ। ਉਹ ਇੱਕ ਬਹੁਤ ਵੱਡਾ ਸਟੈਪ ਸੀਗਾ ਪੰਜਾਬ ਦੀ ਖੇਤੀ ਵਿਵਸਥਾ ਨੂੰ ਸੁਧਾਰਨ ਵਾਲੇ ਪਾਸੇ। ਉਸ ਤੋਂ ਬਾਅਦ ਜਦੋਂ ਉਹ ਮੁੱਖ ਮੰਤਰੀ ਬਣੇ, ਦਿੱਲੀ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀਗੇ। ਪੰਡਿਤ ਜਵਾਹਰ ਲਾਲ ਨਹਿਰੂ ਔਰ ਪ੍ਰਤਾਪ ਸਿੰਘ ਕੈਰੋਂ ਦੀ ਜਿਹੜੀ ਸੋਚ ਹੈ ਉਸ ਦੇ ਵਿੱਚ ਬੜੀ ਸਮਾਨਤਾ ਸੀ। ਦੋਨੋਂ ਹੀ
ਸੈਕੂਲਰ ਟੂ ਦਾ ਕੋਰ, ਧਰਮ ਨਿਰਪੱਖ ਵਿਅਕਤੀ ਸੀਗੇ। ਦੋਨਾਂ ਹੀ ਲੀਡਰਾਂ ਦੀ ਸਾਇੰਟੀਫਿਕ ਟੈਂਪਰਾਮੈਂਟ ਵਾਲੇ ਪਾਸੇ ਜਾਣ ਦੀ ਸੋਚ ਸੀ। ਐਜੂਕੇਸ਼ਨ ਔਰ ਇਨਫਰਾਸਟ੍ਰਕਚਰ ਬਿਲਡਿੰਗ ਦੇ ਵਾਲੇ ਪਾਸੇ ਧਿਆਨ ਦਿੱਤਾ ਗਿਆ। ਐਜ਼ ਅ ਰਿਜ਼ਲਟ ਕੈਰੋਂ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਦੇਖਦੇ ਹਾਂ ਜਿੰਨੇ ਸਾਡੇ ਪੰਜਾਬ ਦੇ ਅੱਜ ਵੱਡੇ ਵੱਡੇ ਸੰਸਥਾਵਾਂ ਨੇ, ਚਾਹੇ ਉਹ PGI ਹੈ, ਖੇਤੀਬਾੜੀ ਯੂਨੀਵਰਸਿਟੀ ਹੈ, ਕੁਰੂਕਸ਼ੇਤਰ ਯੂਨੀਵਰਸਿਟੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਕਰਨਾਲ ਦਾ ਜਿਹੜਾ ਇਸ ਵੇਲੇ ਇੱਕ ਇੰਟਰਨੈਸ਼ਨਲ ਲੈਵਲ ਦਾ ਸੰਸਥਾ ਬਣ ਚੁੱਕੀ ਹਰਿਆਣੇ ਦੇ ਵਿੱਚ, ਉਦੋਂ ਉਹ ਪੰਜਾਬ ਦਾ ਪਾਰਟ ਸੀ। ਉੱਥੇ ਜਿਹੜਾ ਹੈ ਡੇਅਰੀ ਇੰਸਟੀਚਿਊਟ ਖੋਲ੍ਹਿਆ ਗਿਆ। ਇਸ ਤਰ੍ਹਾਂ ਡਲਹੌਜ਼ੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਹੈ ਇਨੀਸ਼ੀਏਟਿਵ ਲਏ ਗਏ। ਆਲੂ ਦੀ ਖੇਤੀ ਜਿਹੜੀ ਹੈ ਬਰੋਟ ਵੈਲੀ ਦੇ ਵਿੱਚ ਕਰਵਾਈ ਗਈ। ਮਤਲਬ ਇੰਨੇ ਕੁ ਉਹਨਾਂ ਨੇ 8 ਸਾਲ ਦੇ ਵਿੱਚ ਜਿਹੜਾ ਪੰਜਾਬ ਬਣਾ ਦਿੱਤਾ, ਜਿਹਨੂੰ ਅਸੀਂ ਕਿਹਾ ਜਾਂਦਾ ਹੈ। ਔਰ ਅੱਜ ਵੀ ਉਹ ਸੰਸਥਾਵਾਂ ਇੱਥੇ ਚੱਲ ਰਹੀਆਂ ਹੈਗੀਆਂ, ਲੇਕਿਨ ਉਹਨਾਂ ਨੂੰ ਸੱਤਾ ਤੋਂ ਹਟਣਾ ਪਿਆ। ਪੋਲੀਟੀਕਲ ਵਿਰੋਧ ਹੋਇਆ, ਉਹਨਾਂ 'ਤੇ ਕਰਪਸ਼ਨ ਦੇ ਚਾਰਜਸ ਲੱਗੇ। ਦਾਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਫਿਰ 1966 ਦੇ ਵਿੱਚ ਉਹਨਾਂ ਦੀ ਅਸੈਸੀਨੇਸ਼ਨ ਹੋ ਗਈ, ਗੋਲੀ ਮਾਰ ਦਿੱਤੀ ਗਈ ਉਹਨਾਂ ਨੂੰ। ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਹੈ ਭਾਸ਼ਾ ਦੇ ਆਧਾਰ 'ਤੇ ਵੰਡ ਹੋ ਗਈ। ਉਹ ਭਾਸ਼ਾ ਦੇ ਆਧਾਰ 'ਤੇ ਜਿਹੜੀ ਵੰਡ ਹੈ, ਬੇਸਿਕਲੀ ਹਰ ਬੰਦਾ ਜੇ ਸਮਝਦਾ ਤਾਂ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਾਸ਼ਾ ਦੇ ਆਧਾਰ 'ਤੇ ਵੰਡ ਨਹੀਂ ਸੀ, ਉਹ ਸੰਪਰਦਾਇ ਦੇ ਆਧਾਰ 'ਤੇ ਵੰਡ ਸੀ। ਪੰਜਾਬੀ ਭਾਸ਼ਾ ਜਾਂ ਹਿੰਦੀ ਭਾਸ਼ਾ ਉਹ ਬੋਲਚਾਲ ਦੀ ਜਿਹੜੀ ਹੈ ਏਜੰਸੀ ਘੱਟ ਰਹਿ ਗਈ ਸੀ, ਸੰਪਰਦਾਇ ਨਾਲ ਉਹਦੀ ਪਛਾਣ ਹੋਣ ਲੱਗ ਗਈ ਸੀ। ਸੋ ਉਸ ਤੋਂ ਬਾਅਦ ਪੰਜਾਬ ਵੰਡਿਆ ਗਿਆ। ਫਿਰ ਐਸਾ ਇੱਕ ਲੀਡਰਸ਼ਿਪ ਦਾ ਅਭਾਵ ਉਸ ਤਰ੍ਹਾਂ ਦਾ ਆਇਆ ਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਵਿਜ਼ਨਰੀ ਲੀਡਰ, ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਨਹੀਂ ਪੈਦਾ ਹੋਇਆ। ਕਿਸੇ ਨੇ ਇਹ ਸੋਚਿਆ ਹੀ ਨਹੀਂ ਕਿ ਆਉਣ ਵਾਲੇ ਪੰਜਾਬ ਲਈ ਹੋਰ ਕੀ ਚਾਹੀਦਾ ਹੋਏਗਾ। ਮੈਂ ਮਸਲਨ ਇਸ ਗੱਲ ਨੂੰ ਕਹਿਣਾ ਕਈ ਵਾਰੀ ਕਿ ਖੇਤੀਬਾੜੀ ਦੀ ਗੱਲ ਅਸੀਂ ਕਰਦੇ ਹਾਂ ਕਿ ਪੰਜਾਬ ਦੀ ਖੇਤੀ ਉન્નਤ ਹੋਈ, ਪੰਜਾਬ 'ਚ ਗ੍ਰੀਨ ਰੈਵੋਲੂਸ਼ਨ ਆਇਆ, ਲੇਕਿਨ ਕਿਸੇ ਨੇ ਇਹ ਸੋਚਿਆ ਹੀ ਨਹੀਂ ਕਿ ਗ੍ਰੀਨ ਰੈਵੋਲੂਸ਼ਨ ਦੀ ਇੱਕ ਹੱਦ ਹੈ। ਉਸ ਤੋਂ ਬਾਅਦ ਸਾਨੂੰ ਫਰਦਰ ਅਗਲਾ ਸਟੈਪ ਕੀ ਹੋਏਗਾ, ਪੰਜਾਬ ਦੇ ਵਿੱਚ ਇੰਡਸਟਰੀ ਦਾ ਹਾਲ ਕੀ ਹੋਣਾ ਚਾਹੀਦਾ, ਕਿਉਂਕਿ ਇੰਡਸਟਰੀ ਨੇ ਇੰਪਲੋਇਮੈਂਟ ਦੇਣੀ ਹੈ, ਨੌਕਰੀਆਂ ਦੇਣੀਆਂ ਹੈ। ਔਰ ਜਿਹੜੀ ਸਾਡੇ ਫੂਡ ਪ੍ਰੋਡਕਟਸ ਜਿਨ੍ਹਾਂ ਦੀ ਮਾਰਕੀਟ ਹੌਲੀ ਹੌਲੀ ਘਟੇਗੀ, ਉਹਨਾਂ ਨੂੰ ਵੈਲਿਊ ਐਡੀਸ਼ਨ ਕਿੱਦਾਂ ਕਰਨੀ ਹੈ, ਐਗਰੋ ਬੇਸਡ ਇੰਡਸਟਰੀ ਲੱਗ ਕੇ ਉਹਨੂੰ ਅਸੀਂ ਕਿੱਦਾਂ ਇੰਟਰਨੈਸ਼ਨਲ ਮਾਰਕੀਟ ਦੇ ਲੈਵਲ ਦੇ ਉੱਤੇ ਲਿਜਾਣਾ, ਇਹ ਕਿਸੇ ਲੀਡਰ ਨੇ ਸੋਚਿਆ ਹੀ ਨਹੀਂ। ਬਲਕਿ ਜਿੱਥੇ ਪੰਜਾਬ ਖੜ੍ਹ ਗਿਆ ਉਸ ਤਰ੍ਹਾਂ ਖੜ੍ਹ ਗਿਆ। ਫਿਰ ਪੰਜਾਬ ਦੇ ਵਿੱਚ ਬਦਕਿਸਮਤੀ ਨਾਲ ਹੋਰ ਨਿਗਾਰ ਆਇਆ, ਮਿਲੀਟੈਂਸੀ ਦਾ ਦੌਰ ਆਇਆ। ਉਹਨਾਂ ਸਾਲਾਂ ਨੇ ਪੰਜਾਬ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ। ਸਾਡੀ ਅਰਥ ਵਿਵਸਥਾ ਜਿਹੜੀ ਹੈ ਉਹ ਉਦੋਂ ਦੀ ਡਗਮਗਾਈ। ਲੇਕਿਨ ਚਲੋ, ਮਾੜੇ ਦਿਨ ਆਉਂਦੇ ਨੇ, ਚੰਗੇ ਮਾੜੇ ਦਿਨ ਹਰ ਇੱਕ ਕੌਮ ਦੇ ਹਿੱਸੇ ਆਉਂਦੇ ਨੇ, ਅਤੇ ਜੇ ਚੰਗੇ ਲੀਡਰ ਮਿਲ ਜਾਂਦੇ ਤਾਂ ਹੁਣ ਤੱਕ ਖੜਾ ਹੋਇਆ ਜਾ ਸਕਦਾ ਸੀ, ਹੁਣ ਵੀ ਖੜਾ ਹੋਇਆ ਜਾ ਸਕਦਾ। ਇਹ ਤਾਂ ਲੋਕਾਂ ਦੇ ਹੱਥ ਵਸ ਹੈ ਕਿ ਕਿਸ ਦਿਨ ਉਹ ਜਾਗ ਕੇ ਕੋਈ ਚੰਗਾ ਪੰਜਾਬ ਦੀ ਕਮਾਨ ਦਿੰਦੇ ਆ। ਮੈਂ ਤਾਂ ਅਪੀਲ ਇਹੀ ਕਰੂੰਗਾ ਕਿ ਬਹੁਤ ਦੇਖਭਾਲ ਕੇ, ਬਿਨਾਂ ਕਿਸੇ ਧਰਮ ਦੇ, ਬਿਨਾਂ ਕਿਸੇ ਜਾਤ ਦੇ, ਬਿਨਾਂ ਕਿਸੇ ਜਿਹੜੇ ਇੱਦਾਂ ਦੀ ਡਰਾਮੇਬਾਜ਼ੀ ਹੈ ਜਿਹੜੀਆਂ ਪੋਲੀਟੀਕਲ ਪਾਰਟੀਜ਼ ਕਰਦੇ, ਉਸ ਤੋਂ ਨਿਕਲ ਕੇ ਇੱਕ ਸੋਚਵਾਨ ਵਿਅਕਤੀ ਦੇ ਤੌਰ ਦੇ ਉੱਤੇ ਜੇ ਤੁਸੀਂ ਵੋਟਾਂ ਪਾਓਗੇ, ਕਿਸੇ ਦਾ ਸਾਥ ਦਿਓਗੇ, ਉਸ ਤਰ੍ਹਾਂ ਦੀ ਸ਼ਖਸੀਅਤ ਅੱਗੇ ਆਏਗੀ ਤਾਂ ਸ਼ਾਇਦ ਕੁਝ ਬਚ ਜਾਏ। ਨਹੀਂ ਤਾਂ ਜੋ ਉਜੜਨਾ ਸੀ ਉਜੜ ਗਿਆ। ਸਾਰਾ ਪੰਜਾਬ ਤਾਂ ਕੈਨੇਡਾ ਜਾ ਰਿਹਾ, ਯੰਗਰ ਜਨਰੇਸ਼ਨ ਜਾ ਰਹੀ ਹੈ, ਹੋਰ ਕੀ ਰਹਿ ਜਾਊਗਾ ਇੱਥੇ। ਅਤੇ ਅਸੀਂ ਸਾਰੇ ਫਿਰ ਇਸ ਨੂੰ ਸਾਹਿਲ ਦੇ ਉੱਤੇ ਬੈਠੇ ਡੁੱਬਦੇ ਹੋਏ ਜਹਾਜ਼ ਨੂੰ ਦੇਖਾਂਗੇ। ਬੜੀ ਇਸ ਤੋਂ ਵੱਡੀ ਜਿਹੜੀ ਨਿਰਾਸ਼ਾ ਔਰ ਇਸ ਤੋਂ ਵੱਡੀ ਬਦਕਿਸਮਤੀ ਕੋਈ ਨਹੀਂ ਹੋ ਸਕਦੀ ਕਿ ਤੁਸੀਂ ਬੈਠੇ ਹੋ, ਸਾਰਾ ਕੁਝ ਸਮਝ ਰਹੇ ਹੋ, ਤੁਹਾਡੇ ਸਾਹਮਣੇ ਕੋਈ ਚੀਜ਼ ਖਰਾਬ ਹੋ ਰਹੀ ਹੈ, ਜਹਾਜ਼ ਡੁੱਬ ਰਿਹਾ, ਤੁਸੀਂ ਉਹਨੂੰ ਬਚਾ ਨਹੀਂ ਸਕਦੇ। ਤੋ ਮੈਂ ਤਾਂ ਖੁਦ ਬੜਾ ਨਿਰਾਸ਼ ਇਸ ਚੀਜ਼ ਨੂੰ ਲੈ ਕੇ ਹੁੰਦਾ। ਮੈਨੂੰ ਉਮੀਦ ਹੈ ਕਿ ਬਾਕੀ ਪੰਜਾਬੀ ਵੀ ਇਸ ਨੂੰ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋਣਗੇ। ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਥੈਂਕ ਯੂ ਵੈਰੀ ਮੱਚ। ਮੈਨੂੰ ਉਮੀਦ ਕਰਦਾ ਮੈਂ ਕਿ ਇਹਨਾਂ ਗੱਲਾਂ ਦਾ ਸਾਡੇ ਸਰੋਤੇ ਜਿਹੜੇ ਹੈ, ਸਾਡੇ ਦਰਸ਼ਕ ਹੈ, ਉਹ ਚੰਗੀ ਇਹਨਾਂ ਨੂੰ ਪੋਜ਼ੀਟਿਵ ਸੈਂਸ 'ਚ ਲੈਣਗੇ ਔਰ ਪੰਜਾਬ ਦੇ ਬਾਰੇ ਅਸੀਂ ਕੁਝ ਕਰ ਪਾਵਾਂਗੇ। ਮਿਹਰਬਾਨੀ। ਤਾਂ ਇਹ ਸਨ ਸਾਡੇ ਨਾਲ JNU ਦੇ ਸਟੂਡੈਂਟ ਰਹੇ ਪ੍ਰੋਫੈਸਰ PS ਭੋਗੜ, ਜੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਜਨੀਤਿਕ ਵਿਸ਼ਲੇਸ਼ਕ ਦੇ ਤੌਰ 'ਤੇ ਮੌਜੂਦ ਸੀ, ਜਿਨ੍ਹਾਂ ਨੇ ਭਾਰਤ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਜਿਹੜੀ ਸਾਡੇ ਨਾਲ ਵਿਚਾਰ ਚਰਚਾ ਕੀਤੀ। ਉਮੀਦ ਕਰਦੇ ਹਾਂ ਕਿ ਇਹ ਵਿਚਾਰ ਚਰਚਾ ਸਾਡੇ ਦਰਸ਼ਕਾਂ ਨੂੰ ਪਸੰਦ ਆਵੇਗੀ। ਹੋਰ ਖਬਰਾਂ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕ ਨਾ TV।